सत श्री अकाल, सलाम, नमस्कार, आदाब। सब सत्कार है सज्जनों ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਵਾਸ਼ਨਾਮਈ ਰਾਜ ਮਾਤਾ, ਇਹ ਬਜ਼ੁਰਗ ਉਮਰਦਰਾਜ ਸੀ ਜਿਹਨੂੰ ਬੇਬੇ ਕਹਿੰਦੇ ਵੀ ਸੰਕੋਚ ਕਰਨਾ ਪੈਣਾ। ਇਹ ਕਿੱਦਾਂ ਦੀ ਵਾਸ਼ਨਾਮਈ ਸੀ, ਕਿੱਦਾਂ ਦੇ ਸੈਕਸ ਸੰਬੰਧ ਹਟਾਉਂਦੀ ਸੀ। ਟ੍ਰੈਵਨਕੋਟ ਸਟੇਟ ਸਟੱਡੀ ਕਰੋ ਜਿੱਥੇ ਪਦਮਨਾਭ ਸਵਾਮੀ ਮੰਦਿਰ ਹੈ, ਉੱਥੋਂ ਦੀ ਇਹ ਪਦਮਨਾਭ ਸਵਾਮੀ ਉੱਥੋਂ ਦੀ ਇਹ ਸਟੇਟ ਸੀ, ਟ੍ਰੈਵਨਕੋਟ ਸਟੇਟ। ਉੱਥੇ ਰਾਜ ਮਾਤਾ ਸੀ, ਇਹ ਵਿਡੋ ਸੀ। ਕਿਵੇਂ ਇਹ ਉੱਥੇ ਟ੍ਰੈਵਨਕੋਟ ਦੇ ਦੀਵਾਨ ਦੇ ਨਾਲ ਕਿਸ ਤਰ੍ਹਾਂ ਦੇ ਸੰਬੰਧ ਸੀਗੇ, ਉਸ ਕਿਸੇ ਦਾ ਜ਼ਿਕਰ ਕਰਾਂਗੇ ਕਿਉਂਕਿ ਇਸ ਟ੍ਰੈਵਨਕੋਟ ਦੇ ਵਿੱਚ ਬਹੁਤ ਖਜ਼ਾਨਾ ਸੀ ਜਿਹੜਾ ਪਦਮਨਾਭ ਸਵਾਮੀ ਮੰਦਿਰ 'ਚ ਪਿਆ। ਡਾਕਟਰ ਮਨਮੋਹਨ ਸਿੰਘ ਸਰਕਾਰ ਦੇ ਵਕਤ ਇਹ ਖਜ਼ਾਨਾ ਖੋਲ੍ਹਣ ਦੀ ਗੱਲ ਹੋਈ ਸੀ ਤੇ ਇਹ ਫਿਰ ਖਜ਼ਾਨਾ ਖੋਲ੍ਹਿਆ ਨਹੀਂ। ਤੇ ਇੱਥੇ ਔਰਤਾਂ ਨੂੰ, ਖਾਸ ਕਰਕੇ ਦਲਿਤ ਔਰਤਾਂ ਨੂੰ ਆਪਣੀਆਂ ਛਾਤੀਆਂ ਢੱਕਣ ਦਾ ਅਧਿਕਾਰ ਨਹੀਂ ਸੀ। ਉਹਨਾਂ ਨੂੰ ਬ੍ਰਾਹਮਣ ਜਾਂ ਉੱਚ ਜਾਤੀ ਦੇ ਲੋਕ ਜਾਂ ਰਾਜਸੀ ਸ਼ਾਹੀ ਲੋਕਾਂ ਨੂੰ ਵੇਖਦਿਆਂ ਆਪਣੀਆਂ ਛਾਤੀਆਂ, ਆਪਣੇ ਬ੍ਰਸਟ ਨੰਗੀ ਕਰਨੀ ਪੈਂਦੀ ਸੀ। ਜੇ ਛਾਤੀ ਢੱਕਣੀ ਹੈ ਤਾਂ ਉਹਦਾ ਟੈਕਸ ਦੇਣਾ ਪੈਂਦਾ ਸੀਗਾ। ਉਸ ਸਾਰੇ ਮੰਦਭਾਗੇ ਵਰਤਾਰਿਆਂ ਤੇ ਚਿੰਤਾ ਕਰਾਂਗੇ ਕਿ ਇਸ ਮੁਲਕ ਦੇ ਵਿੱਚ ਕੀ ਕੀ ਵਾਪਰ ਰਿਹਾ ਤੇ ਕੀ ਵਾਪਰਿਆ, ਕਿੱਥੇ ਇਨਸਾਨੀਅਤ, ਕਾਹਦੀ ਇਨਸਾਨੀਅਤ। ਦੋਸਤੋ, ਟਿਵਾਣਾ ਰੇਡੀਓ ਦੇ ਪ੍ਰੋਗਰਾਮਾਂ ਨੂੰ ਤੁਸੀਂ ਸਾਡੀ ਵੈਬਸਾਈਟ tiwanaradio.com ਤੇ ਸੁਣ ਸਕਦੇ ਹੋ। ਉੱਥੇ ਆਈਫੋਨ ਤੇ ਐਂਡਰਾਇਡ ਐਪਸ ਨੇ, ਇੰਸਟਾਲ ਕਰੋ, ਦੋਸਤਾਂ ਮਿੱਤਰਾਂ ਨੂੰ ਵੀ ਕਰਾਓ, ਬਹੁਤ ਵਧੀਆ ਕੁਆਲਿਟੀ ਆਉਂਦੀ ਹੈ। ਤੇ ਇਸ ਤੋਂ ਇਲਾਵਾ ਕਾਲ ਟੂ ਲਿਸਨ ਨੰਬਰ ਹੈ, ਉੱਥੇ ਤੁਹਾਨੂੰ ਮਿਲੇਗਾ 667 930 9260 667 930 9260। ਇਸ ਨੰਬਰ ਤੇ ਡਾਇਲ ਕਰਕੇ ਪ੍ਰੋਗਰਾਮ ਤੁਸੀਂ ਪੂਰੇ ਅਮਰੀਕਾ ਸੁਣ ਸਕਦੇ ਹੋ। 667 930 9260 667 930 9260। ਇਸ ਤੋਂ ਇਲਾਵਾ ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ। ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਓ ਤਾਂ ਜੋ ਪ੍ਰੋਗਰਾਮ ਸ਼ੁਰੂ ਹੁੰਦੇ ਹੀ ਤੁਹਾਨੂੰ ਸੂਚਨਾ ਮਿਲ ਜਾਵੇ। ਤੇ ਮੇਰੇ ਨਾਲ ਕੋਈ ਗੱਲ ਕਰਨੀ ਹੈ, ਪ੍ਰੋਗਰਾਮਾਂ ਨੂੰ WhatsApp ਦੇ ਜ਼ਰੀਏ ਮੰਗਾਉਣਾ। ਆਪਾਂ WhatsApp ਗਰੁੱਪ ਬਣਾਇਆ ਕਿਉਂਕਿ ਖੁਦਾ ਨਾ ਖਾਸਤਾ ਕਦੋਂ ਪਤਾ ਨਹੀਂ ਕਿਹਦੀਆਂ ਧਾਰਮਿਕ ਭਾਵਨਾਵਾਂ ਭੜਕ ਜਾਣ ਬਹਾਨੇ ਨਾਲ ਤੇ ਚੈਨਲ ਬੰਦ ਕਰਾ ਦੇਵੇ ਆਪਣਾ YouTube, ਜਿਹੜਾ ਤੁਹਾਡੀ ਬਦੌਲਤ 45-4600 ਮਿੱਤਰ ਜੁੜੇ ਨੇ। ਸੋ ਇਸ ਕਰਕੇ ਕੋਈ ਨਹੀਂ, ਆਪਾਂ ਫਿਰ ਬਣਾ ਲਾਂਗੇ। ਫੇਰ ਕਿਹੜਾ ਮਿਰਜ਼ਾ ਮੁੱਕ ਜੂ ਜਾਂ ਸਰੰਗੀ ਟੁੱਟ ਜੂ, ਆਪਾਂ ਗਾਉਣਾ ਮਿਰਜ਼ਾ ਹੀ ਆ ਖਬਰਾਂ ਦਾ, ਹੈ ਨਾ। ਜੱਟ ਚੜ੍ਹਦੇ ਮਿਰਜ਼ੇ ਖਾਨ ਨੂੰ ਵੰਝਲ ਦਿੰਦਾ ਮੱਤ। ਤੇ ਇਸ ਦੌਰਾਨ ਨੰਬਰ ਜ਼ਰੂਰ ਚੇਤਿਆਂ 'ਚ ਰੱਖੋ 9876309655 9876309655। ਜਿੰਨੀ ਦੇਰ ਲਾਈਵ ਪ੍ਰੋਗਰਾਮ ਚੱਲਦਾ ਤਾਂ ਇਹ ਲਾਈਵ ਸੁਣਿਆ ਕਰੋ ਤੇ ਜਦੋਂ ਵੀਰੋ ਇਹ ਪ੍ਰੋਗਰਾਮ ਆਪਾਂ ਨਾਲ ਬੰਦ ਹੋ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਐਡਿਟ ਕਰਕੇ ਪਾਉਣਾ ਤੇ ਪਲੀਜ਼ ਉਹ ਸੁਣਿਆ ਕਰੋ। ਇਹ ਤੁਹਾਨੂੰ ਸਭ ਨੂੰ ਨਿੱਜੀ ਤੌਰ ਤੇ ਬੇਨਤੀ ਹੈ। ਸੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਮੈਂ ਤੇ ਐਡਵੋਕੇਟ ਸੁਰਿੰਦਰ ਸਿੰਘ ਤੁਹਾਡੇ ਨਾਲ ਜੁੜਦੇ ਹਾਂ। ਸੁਰਿੰਦਰ ਬਾਈ ਦੀ ਸਿਹਤ ਠੀਕ ਹੈ, ਕੱਲ ਛੁੱਟੀ ਹੋ ਜਾਣੀ ਹੈ, ਅੱਜ ਆਕਸੀਜਨ ਲਾ ਦਿੱਤੀ ਹੈ, ਦਰੁਸਤ ਨੇ। ਹੁਣੇ ਗੱਲ ਹੋਈ ਸੀ, ਉਮੀਦ ਹੈ ਜਲਦ ਘਰੇ ਆਉਣਗੇ। ਤੇ ਜ਼ਿਕਰ ਕਰਾਂਗੇ ਇਸ ਟ੍ਰੈਵਨਕੋਟ ਸਟੇਟ ਦੀ ਰਾਜ ਮਾਤਾ ਦਾ, ਕਿਉਂਕਿ ਇੱਥੇ ਔਰਤਾਂ ਦਾ ਰਾਜ ਸੀਗਾ। ਹਾਲਾਂਕਿ ਇਹ ਵਰਮਾ ਵੰਸ਼ ਨਾਲ ਸੰਬੰਧਿਤ ਲੋਕ ਸੀਗੇ, ਬ੍ਰਾਹਮਣ ਭਾਈਚਾਰੇ ਦੇ ਵਰਮਾ ਵੰਸ਼ ਦੀ ਇਹ ਸਟੇਟ ਸੀ। ਇਹਨਾਂ ਨੇ ਬੜੀਆਂ ਤਿਕੜਮਬਾਜ਼ੀਆਂ ਕੀਤੀਆਂ ਸੀ। ਜਦੋਂ ਦੇਸ਼ ਆਜ਼ਾਦ ਹੋ ਗਿਆ ਉਦੋਂ ਵੀ ਟ੍ਰੈਵਨਕੋਟ ਸਟੇਟ ਕਹਿੰਦੀ ਸੀ ਇੰਡੀਆ 'ਚ ਸ਼ਾਮਲ ਨਹੀਂ ਹੋਣਾ। ਤੇ ਇਹਨਾਂ ਦਾ ਜਿਹੜਾ ਪ੍ਰਮੁੱਖ ਸੀ, ਇਹ ਕਹਿੰਦਾ ਵਰਮਾ ਵੰਸ਼ ਦਾ ਰਾਜਾ ਸੀ, ਕਹਿੰਦਾ ਸਾਡੇ ਤੇ ਪਦਮਨਾਭ ਸਵਾਮੀ ਦੇਵਤਾ ਨੇ ਕਹਿ ਦਿੱਤਾ ਕਿ ਆਪਾਂ ਇੰਡੀਆ 'ਚ ਸ਼ਾਮਲ ਨਹੀਂ ਹੋਣਾ, ਆਪਾਂ ਆਜ਼ਾਦ ਸਟੇਟ ਰੱਖਣੀ ਆ। ਫਿਰ ਵੱਲਭ ਭਾਈ ਪਟੇਲ ਕਹਿੰਦੇ ਠੀਕ ਹੈ, ਮੈਂ ਵੀ ਗੱਲ ਕਰਦਾ ਜਾ ਕੇ ਪਦਮਨਾਭ ਸਵਾਮੀ ਨਾਲ, ਜਿਸ ਦਾ ਉਹ ਮੰਦਿਰ ਸੀ ਦੇਵਤਾ ਦਾ ਪਦਮਨਾਭ ਦਾ। ਉਹ ਮੰਦਿਰ 'ਚ ਗਏ, ਅੰਦਰ ਜਾ ਕੇ ਸਮਾਧੀ ਲਾ ਕੇ ਬੈਠੀ, ਕਹਿੰਦੇ ਜੀ ਮੈਨੂੰ ਦੇਵਤਾ ਪਦਮਨਾਭ ਨੇ ਕਹਿ ਦਿੱਤਾ ਕਿ ਇੰਡੀਆ 'ਚ ਸ਼ਾਮਲ ਕਰ ਲਓ। ਤੇ ਫਿਰ ਇਹ ਟ੍ਰੈਵਨਕੋਟ ਸਟੇਟ ਇੰਡੀਆ 'ਚ ਸ਼ਾਮਲ ਹੋਈ ਸੀਗੀ। ਸੋ ਉੱਥੋਂ ਦਾ ਇੱਕ ਕਿੱਸਾ, ਉੱਥੇ ਬਹੁਤ ਤੁਸੀਂ ਦਿਲ ਹਿਲਾਉਣੀਆਂ ਗੱਲਾਂ ਤੁਹਾਨੂੰ ਉੱਥੇ ਸੁਣਨ ਨੂੰ ਮਿਲ ਗਈਆਂ ਕਿਉਂਕਿ ਉੱਥੇ ਬ੍ਰਾਹਮਣ ਭਾਈਚਾਰੇ ਨੂੰ ਛੱਡ ਕੇ ਹਰ ਮਜ਼ਹਬ ਦੀ ਔਰਤ ਨੂੰ, ਜ਼ਿਆਦਾਤਰ ਦਲਿਤ ਔਰਤਾਂ ਨੂੰ ਆਪਣੀ ਬ੍ਰਸਟ ਛਾਤੀ ਨੰਗੀ ਰੱਖਣੀ ਪੈਂਦੀ ਸੀ। ਉੱਥੋਂ ਦਾ ਅਣ-ਐਲਾਨਿਆ ਬ੍ਰਾਹਮਣ ਦਾ ਕਾਨੂੰਨ ਸੀ। ਤੇ ਜੇ ਉਸਨੇ ਆਪਣੀ ਛਾਤੀ ਢੱਕਣੀ ਆ YouTube ਤੇ ਕਈ ਫੁਟੇਜ ਵੀ ਮਿਲਦੀਆਂ ਨੇ, ਤਾਂ ਉਸ ਔਰਤ ਨੂੰ ਇੱਕ ਟੈਕਸ ਦੇਣਾ ਪੈਂਦਾ ਸੀ ਆਪਣਾ ਤਨ ਢੱਕਣ ਦਾ। ਇੱਕ ਦਿਲ ਹਿਲਾਉਣ ਵਾਲੀ ਘਟਨਾ ਘਟੀ ਸੀ ਨਗੋਲੀ ਦੇ ਨਾਲ। ਕੇਰਲਾ ਦੇ ਬਾਹਰ, ਸ਼ਾਇਦ ਬਹੁਤੇ ਲੋਕ ਇਸ ਨੂੰ ਨਾ ਸੁਣਨ, ਕੇਰਲਾ ਦਾ ਇਲਾਕਾ ਹੈ
ਨਗੋਲੀ ਦਾ ਨਾਂ ਕਿਸੇ ਨੇ ਕੇਰਲਾ ਤੋਂ ਨਾ ਸੁਣਿਆ ਹੋਵੇ, ਲੇਕਿਨ ਸਕੂਲ ਦੇ ਇਤਿਹਾਸ ਦੇ ਵਿੱਚ ਕਿਤਾਬ ਦੇ ਵਿੱਚ ਇਸ ਦਾ ਜ਼ਿਕਰ ਜਾਂ ਕੋਈ ਤਸਵੀਰ ਵੀ ਨਹੀਂ ਮਿਲ ਗਈ ਕਿ ਇੰਡੀਆ ਦੇ ਵਿੱਚ ਧਰਮ ਦੇ ਨਾਂ ਤੇ ਇਹ ਕੁਝ ਵੀ ਹੁੰਦਾ ਰਿਹਾ। ਲੇਕਿਨ ਸਾਹਸ ਦੀ ਇਹ ਮਿਸਾਲ ਸੀ ਕਿ ਇੱਕ ਵਾਰ ਜਾਣਨ ਤੋਂ ਬਾਅਦ ਲੋਕ ਕਦੇ ਨਹੀਂ ਭੁੱਲਣਗੇ, ਕਿਉਂਕਿ ਨਗੋਲੀ ਨੇ ਆਪਣੀ ਬ੍ਰਸਟ ਢੱਕਣ ਦੇ ਅਧਿਕਾਰ ਦੇ ਲਈ ਆਪਣੇ ਬ੍ਰਸਟ ਖੁਦ ਕੱਟ ਦਿੱਤੀ ਸੀ। ਉਹਦੇ ਕਈ ਜਗ੍ਹਾ ਉਹਦੀ ਮੂਰਤੀ ਬਣੀ ਹੋਈ ਹੈ ਤੇ ਕੇਰਲਾ ਦੇ ਇਤਿਹਾਸ ਦੇ ਪੰਨਿਆਂ ਤੇ ਛਿਪੀ ਇਹ ਲਗਭਗ 100-150 ਸਾਲ ਪੁਰਾਣੀ ਗਾਥਾ ਹੈ, ਜਿਸ ਦੇ ਵਿੱਚ ਉਸ ਨਗੋਲੀ ਦਾ ਜ਼ਿਕਰ ਆਉਂਦਾ ਹੈ। ਉੱਥੇ ਇੱਕ ਏਡਵਾ ਜਾਤੀ ਦੇ ਲੋਕ ਨੇ ਨਗੋਲੀ ਨੂੰ ਇਸ ਕਰਕੇ ਉਸਨੇ ਆਪਣੀ ਇੱਜ਼ਤ ਆਬਰੂ ਵਾਸਤੇ ਆਪਣੀ ਬ੍ਰਸਟ, ਆਪਣੀਆਂ ਛਾਤੀਆਂ ਢੱਕਣ ਦਾ ਫੈਸਲਾ ਕੀਤਾ, ਲੇਕਿਨ ਉਸ ਨੂੰ ਉੱਥੋਂ ਦੇ ਕਾਨੂੰਨ ਦੇ ਮੁਤਾਬਕ, ਅੰਗਰੇਜ਼ਾਂ ਦੇ ਰਾਜ ਦੇ ਮੁਤਾਬਕ ਉਸ ਨੂੰ ਜਿਹੜਾ ਉਸ ਦਾ ਟੈਕਸ ਦੇਣਾ ਪੈਂਦਾ ਸੀ, ਬ੍ਰਸਟ ਟੈਕਸ, ਛਾਤੀ ਢੱਕਣ ਦਾ। ਜਿਵੇਂ ਮੁਗਲਾਂ ਨੇ ਹਿੰਦੂਇਜ਼ਮ ਦੇ ਵਿੱਚ ਪੱਗਾਂ ਲਾਈਆਂ, ਪਹਿਲਾਂ ਸਭ ਪੱਗਾਂ ਬੰਨ੍ਹਦੇ ਸੀ। ਪੱਗ ਸਿਰਫ ਇਹ ਨਹੀਂ ਕਿ ਸਿੱਖਾਂ ਨੇ ਸ਼ੁਰੂ ਕੀਤੀ ਹੈ, ਪੱਗ ਦਾ 5000 ਸਾਲ ਤੋਂ ਵੱਧ ਪੁਰਾਣਾ ਇਤਿਹਾਸ ਹੈ। ਮਤਲਬ ਪੱਗ ਬਾਈਬਲ ਦੇ ਵਿੱਚ ਵੀ, ਕੁਰਾਨ ਦੇ ਵਿੱਚ ਵੀ, ਹਰ ਧਰਮ ਦੇ ਵਿੱਚ ਜ਼ਿਕਰ ਮਿਲਦਾ ਪੱਗ ਦਾ। ਉਸ ਦੌਰਾਨ ਹਿੰਦੂਆਂ ਨੂੰ ਪੱਗ ਇਸ ਕਰਕੇ ਨਹੀਂ ਸੀ ਬੰਨ੍ਹਣ ਦਿੱਤੀ ਕਿਉਂਕਿ ਪੱਗ ਸ਼ਾਨ ਦਾ ਪ੍ਰਤੀਕ ਸੀਗਾ, ਇੱਜ਼ਤ ਆਬਰੂ ਦਾ ਪ੍ਰਤੀਕ ਸੀਗਾ। ਵਿਆਹਾਂ 'ਚ ਹਿੰਦੂ ਅੱਜ ਵੀ ਪੱਗ ਬੰਨ੍ਹਦੇ ਨੇ, ਮਰਗਤ ਤੇ ਰਸਮ ਪਗੜੀ ਕਰਦੇ ਨੇ, ਪਰ ਮੁਗਲਾਂ ਨੇ ਇਹਨਾਂ ਦੀ ਪੱਗ ਤੇ ਇਹਨਾਂ ਦੇ ਕੇਸ ਕਟਵਾ ਦਿੱਤੇ ਸੀਗੇ, ਸਿਰਫ ਸਿੰਬਲ ਦੇ ਤੌਰ ਤੇ ਬੋਦੀ ਰੱਖਣ ਦਾ ਹੁਕਮ ਦਿੱਤਾ ਸੀਗਾ। ਪੁਰਾਣੀਆਂ ਤਸਵੀਰਾਂ ਵੇਖੋ ਕਿ ਜਿੰਨੀਆਂ ਵੀ ਭਾਵੇਂ ਸ਼੍ਰੀ ਰਾਮ ਦੀ ਜਾਂ ਹੋਰ ਦੇਵਤਿਆਂ ਦੀਆਂ ਤਸਵੀਰਾਂ ਨੇ, ਸਭ ਜਟਾ-ਜੂਟ ਨੇ, ਐਨ ਵਾਲ ਨੇ ਉਹਨਾਂ ਦੇ, ਪਰ ਜਦੋਂ ਟ੍ਰੈਂਡਿੰਗ ਹੋਈ ਤੇ ਕਲੀਨ ਸ਼ੇਪ ਬਣਾ ਦਿੱਤੇ ਗਏ, ਜੀਨਾਂ ਵੀ ਪਵਾ ਦਿੱਤੀਆਂ ਗਈਆਂ। ਖੈਰ, ਇਹ ਜਿਹੜੇ ਏਡਵਾ ਜਾਤੀ ਦੇ ਲੋਕ ਸੀ, ਕਿਉਂਕਿ ਔਰਤ ਦੀ ਇੱਜ਼ਤ ਆਬਰੂ ਉਹਦੇ ਢਕੇ ਹੋਏ ਜਿਸਮ ਦੇ ਵਿੱਚ ਹੈ, ਕਿਸੇ ਦੀ ਵੀ ਵੈਸੇ ਸੋਹਣਾ ਲੱਗਦਾ। ਸੋ ਉਸ ਕਰਕੇ ਟੈਕਸ ਮੰਗਣ ਵਾਲੇ ਅਧਿਕਾਰੀ ਨੇ ਜਦੋਂ ਜ਼ਬਰਦਸਤੀ ਕੀਤੀ ਤਾਂ ਉਸ ਨੇ ਦੌਰਾਨ ਨਗੋਲੀ ਨੇ ਚਾਕੂ ਦੇ ਨਾਲ ਆਪਣੀਆਂ ਛਾਤੀਆਂ ਕੱਟ ਕੇ ਪੱਤਿਆਂ ਦੇ ਪੱਤਲ 'ਚ ਕੇਲਿਆਂ ਦੇ ਵਿੱਚ ਵਿਛਾ ਕੇ ਉਹਨੂੰ ਦੇ ਦਿੱਤੀਆਂ ਕਿ ਆਹ ਲਓ ਮੇਰਾ ਟੈਕਸ। ਕਿਉਂਕਿ ਤੁਸੀਂ ਵੇਖੋਗੇ ਵੀਡੀਓ ਘੁੰਮਦੀ ਆ, ਮੈਂ ਸ਼ਾਇਦ ਕਿਸੇ ਮੇਰੇ ਖਿਆਲ ਨਹਿਰੂ ਦੀ ਡਿਸਕਵਰੀ ਆਫ ਇੰਡੀਆ 'ਚ ਜਾਂ ਕਿਤੇ 'ਚ ਕਿਸੇ ਹੋਵੇ, ਮੈਨੂੰ ਸੈਂਡ ਵੀ ਕਰਿਓ। ਉਹ ਮਤਲਬ ਪਾਣੀ ਭਰਦੀਆਂ ਹੁੰਦੀਆਂ ਦੋ ਔਰਤਾਂ ਤੇ ਕੁਝ ਬ੍ਰਾਹਮਣ ਵੀ ਉੱਥੇ ਨਹਾਉਣ ਆਉਂਦੇ ਆ ਤੇ ਉਹ ਇਹਨਾਂ ਨੂੰ ਛੇੜਦੇ ਆ। ਉਹ ਕਹਿੰਦੇ ਛਾਤੀਆਂ ਨੰਗੀਆਂ ਕਰੋ, ਕਹਿੰਦੇ ਨਹੀਂ ਕਰਾਂਗੀਆਂ। ਉਹ ਮਤਲਬ ਉਹਨਾਂ ਨੂੰ ਘੇਰਦੇ ਆ ਤੇ ਉਹ ਦਾਹ ਹੁੰਦਾ ਨਾ ਜਿਹੜਾ, ਉਹ ਦਾਹ ਕੱਢ ਲੈਂਦੀਆਂ ਨੇ ਤੇ ਉਹ ਬ੍ਰਾਹਮਣ ਪਸੀਨੋ ਪਸੀਨੀ ਹੋ ਜਾਂਦਾ ਜਿਹੜਾ ਪੁਜਾਰੀ ਹੁੰਦਾ। ਇਸ ਤੋਂ ਬਾਅਦ ਫਿਰ ਉਸ ਤੇ ਜਿਹੜੀ ਕਮੇਟੀ ਬਿਠਾ ਦਿੱਤੀ ਜਾਂਦੀ ਹੈ, ਪੰਚਾਇਤ ਬਿਠਾ ਦਿੱਤੀ ਜਾਂਦੀ ਹੈ ਕਿ ਤੁਸੀਂ ਇੱਥੇ ਕਾਨੂੰਨ ਹੈ, ਇੱਥੇ ਤੁਹਾਨੂੰ ਆਪਣੀਆਂ ਛਾਤੀਆਂ ਨੰਗੀਆਂ ਰੱਖਣੀਆਂ ਪੈਣਗੀਆਂ। ਉਹ ਕਹਿੰਦੀ ਠੀਕ ਹੈ, ਮੈਂ ਟੈਕਸ ਭਰ ਦਾਂਗੀ। ਫਿਰ ਮਿੱਥੇ ਦਿਨ ਤੇ, ਕਿਉਂਕਿ ਟੈਕਸ ਉਹ ਨਹੀਂ ਸੀ ਦੇ ਸਕਦੇ, ਗਰੀਬ ਲੋਕ ਸੀਗੇ, ਤੇ ਉਹ ਟੈਕਸ ਲੈਣ ਜਦੋਂ ਪੁਜਾਰੀ ਹੈ ਤੇ ਉਸ ਔਰਤ ਨੇ ਆਪਣੀ ਛਾਤੀਆਂ ਕੱਟ ਕੇ ਪੱਤੇ 'ਚ ਰੱਖ ਕੇ ਉਹਨਾਂ ਨੂੰ ਭੇਟ ਕਰ ਦਿੱਤੀਆਂ। ਇਹ ਦਿਲ ਹਲੂਣ ਵਾਲੀ ਅਖੌਤੀ ਮਨੂਵਾਦ, ਬ੍ਰਾਹਮਣਵਾਦ ਦੇ ਮੂੰਹ ਤੇ ਇੱਕ ਕਰਾਰੀ ਚਪੇੜਾ। ਇਹ ਹਿਸਟੋਰਿਕ ਪੱਖ ਨੇ, ਦੀਵਾਨ ਜਰਮਨੀ ਦਾਸ ਨੇ ਵੀ ਲਿਖੇ ਨੇ, ਹੋਰਾਂ ਨੇ ਵੀ ਲਿਖੇ ਨੇ। ਪਰ ਅਫਸੋਸ ਕਿ ਇਦਾਂ ਜਦੋਂ ਕੁਝ ਹੁੰਦਾ ਫਿਰ ਕਹਿੰਦੇ ਸਾਡੀਆਂ ਭਾਵਨਾਵਾਂ ਭੜਕ ਗਈਆਂ। ਧਰਮ ਵਾਲੇ ਕਰਦੇ ਹੀ ਕੁਝ ਨੇ। ਧਰਮ ਆਪਣੇ ਆਪ 'ਚ ਬਹੁਤ ਚੰਗਾ। ਹਿੰਦੂਇਜ਼ਮ 'ਚ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਹਰ ਚੀਜ਼ ਨੂੰ ਪੂਜਿਆ ਜਾਂਦਾ, ਪਰ ਪੁਜਾਰੀ ਨੇ ਗੁੰਮਰਾਹ ਕੀਤਾ ਕਿਉਂਕਿ ਦੁਕਾਨ ਉਹਦੀ ਚੱਲਦੀ ਹੈ। ਇਸ ਤਰ੍ਹਾਂ ਸਿੱਖਾਂ 'ਚ ਭਾਈਆਂ ਨੇ ਗੁੰਮਰਾਹ ਕੀਤਾ, ਮਲਾਣਿਆਂ ਨੇ ਕੀਤਾ, ਪੌਪ ਨੇ ਕੀਤਾ। 3,80,000 ਬੱਚਿਆਂ ਦੇ ਨਾਲ ਜਬਰ ਜਨਾਹ ਹੋਇਆ 70 ਸਾਲ 'ਚ, ਜਿਹਦੇ 'ਚ 80% ਲੜਕੇ ਤੇ 20% ਲੜਕੀਆਂ ਸੀ। ਪੌਪ ਨੇ ਮਾਫੀ ਮੰਗੀ ਹੈ ਪਿਛਲੇ ਹਫ਼ਤੇ। ਇਹ ਹੋ ਰਿਹਾ। ਧਰਮ ਮਾੜਾ ਨਹੀਂ, ਪਰ ਧਾਰਮਿਕ ਲੋਕਾਂ ਨੇ ਧਰਮ ਦਾ ਬੇੜਾ ਗਰਕ ਕਰ ਦਿੱਤਾ। ਇਹਨਾਂ ਨੂੰ ਸਰ ਦੀ ਉਪਾਧੀ ਮਿਲੀ ਸੀ, ਜਿਵੇਂ ਅੰਗਰੇਜ਼ ਸਰ ਦੀ ਉਪਾਧੀ ਦਿੰਦੇ ਸੀਗੇ। ਸਰ C.P. ਰਾਮਾ ਸੁਆਮੀ ਅਯਰ ਇਹ ਬਹੁਤ ਵੱਡਾ ਵਿਦਵਾਨ, ਸੁਧਾਰਕ ਤੇ ਰਾਜਨੀਤਿਕ ਸੀਗਾ ਤੇ ਇਹ ਕਈ ਵਰਿਆਂ ਤੱਕ ਟਰਾਵਨਕੋਟ ਸਟੇਟ ਦੇ ਦੀਵਾਨ ਦੀ ਹੈਸੀਅਤ ਦੇ ਵਿੱਚ ਕੰਮ ਕਰਦਾ ਰਿਹਾ ਤੇ ਬਹੁਤ ਉਸਨੇ ਸੁਧਾਰ ਕੀਤੇ। ਉਸ ਜ਼ਮਾਨੇ ਦੇ ਵਿੱਚ ਜਾਤ ਪ੍ਰਥਾ ਬਹੁਤ ਸੀ। ਕੋਈ ਔਰਤ ਰਾਜੇ ਮਹਾਰਾਜੇ, ਦੀਵਾਨ ਜਾਂ ਬ੍ਰਾਹਮਣ ਨੂੰ ਦੇਖੇ ਤਾਂ ਆਪਣੀਆਂ ਅੰਗੀਆਂ ਲਾ ਕੇ ਉਹ ਛਾਤੀਆਂ ਨੰਗੀਆਂ ਕਰਨ ਦੇ ਹੁਕਮ ਸੀ। ਸਰ C.P. ਰਾਮਾ ਸੁਆਮੀ ਅਯਰ ਨੇ ਇਸ ਪਰੰਪਰਾ ਨੂੰ ਖਤਮ ਕੀਤਾ, ਜਿਵੇਂ ਸਤੀ ਪ੍ਰਥਾ ਖਤਮ ਕੀਤੀ ਅੰਗਰੇਜ਼ਾਂ ਨੇ। ਰਾਜਾ ਰਾਮ ਮੋਹਨ ਸਿੰਘ ਵਰਗੇ ਲੋਕਾਂ ਨੇ ਵਿਰੋਧ ਕੀਤਾ। ਹਾਲਾਂਕਿ ਸਿੱਖਇਜ਼ਮ ਤਾਂ ਪਹਿਲਾਂ ਹੀ ਸਤੀ ਪ੍ਰਥਾ ਦਾ ਵਿਰੋਧ ਕਰਦਾ ਸੀ, ਕਿਉਂਕਿ ਸਤੀਆਂ ਬਾਰੇ ਵੀ ਪਖੰਡ ਹੈ ਕੁਝ ਹਿੰਦੂ ਗ੍ਰੰਥਾਂ 'ਚ ਕਿ ਜੇ ਸਤੀ ਹੋ ਗਈ ਤਾਂ ਜਿੰਨੇ ਉਹਦੇ ਸਰੀਰ ਤੇ ਰੋਮ ਨੇ ਉਹ 3 ਕਰੋੜ ਪਤਾ ਨਹੀਂ ਕਿੰਨੇ ਕਰੋੜ ਸਾਲ ਸਵਰਗ 'ਚ ਰਹੇਗੀ, ਜਿਹੜੀ ਆਪਣੇ ਪਤੀ ਨਾਲ ਮਰ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਨਾਲ ਉੱਦਾਂ ਕਹਿੰਦੇ ਖਾਲਸਾ ਦਰਬਾਰ ਹੈ, 4-5 ਮਹਾਰਾਣੀਆਂ ਤੇ 6-7 ਦਾਸੀਆਂ ਵੀ ਉੱਥੇ
भेंट करतीਆਂ ਸੀ ਅੱਗ ਦੀ। ਤੇ ਇਸ ਦੌਰਾਨ ਤ੍ਰਿਵੇਂਦਰਮ ਦੇ ਵਿੱਚ ਇਹ ਗੱਲ ਆਮ ਸੁਣੀ ਜਾਂਦੀ ਸੀ, ਜਦੋਂ ਸਰ ਸੀਪੀ ਰਾਮਾ ਸੁਆਮੀ ਕਿਤੇ ਅਜਿਹੀਆਂ ਔਰਤਾਂ ਦੇ ਸਾਹਮਣੇ ਆ ਜਾਂਦਾ ਸੀ ਤਾਂ ਜਿਨ੍ਹਾਂ ਦੀਆਂ ਛਾਤੀਆਂ ਨੰਗੀਆਂ ਹੁੰਦੀਆਂ ਤਾਂ ਉਹਨੂੰ ਦੇਖਦਿਆਂ ਹੀ ਆਪਣੀਆਂ ਛਾਤੀਆਂ ਢੱਕਣ ਲਈ ਘੱਗਰੇ ਉਤਾਂਹ ਚੁੱਕ ਲੈਂਦੀਆਂ ਤਾਂ ਕਿ ਦੀਵਾਨ ਦੇ ਹੁਕਮਾਂ ਦੀ ਪਾਲਣ ਹੋ ਸਕੇ, ਕਿਉਂਕਿ ਉਹਦਾ ਹੁਕਮ ਸੀ ਕਿ ਕੋਈ ਔਰਤ ਨੰਗੀ ਛਾਤੀ ਨਾ ਕਰੇ। ਪਰ ਉਹਨੂੰ ਦੇਖ ਕੇ ਕਈ ਛਾਤੀਆਂ ਢੱਕਣ ਲੱਗੀਆਂ, ਘੱਗਰੀ ਉੱਪਰ ਕਰ ਲੈਂਦੀਆਂ, ਹੇਠੋਂ ਨੰਗੀਆਂ ਹੋ ਜਾਂਦੀਆਂ। ਤੇ ਸਰ ਸੀਪੀ ਰਾਮਾ ਸੁਆਮੀ ਨੇ ਬਹੁਤ ਸਮਾਜ ਸੁਧਾਰ ਦਾ ਕੰਮ ਕੀਤਾ। ਇਹ ਅਜਿਹੀ ਹਦਾਇਤ ਉਸ ਨੂੰ ਕਰਨੀ ਪਈ ਕਿਉਂਕਿ ਭਾਰਤ ਦੇ ਵਾਇਸਰਾਏ ਤੇ ਇੰਗਲੈਂਡ ਦੇ ਸਮਰਾਟ ਤੋਂ ਇਹ ਹੁਕਮ ਮਿਲਿਆ ਸੀ, ਕਿਉਂਕਿ ਉਸ ਕੋਲ ਉੱਥੋਂ ਦੇ ਜਿਹੜੇ ਈਸਾਈ ਜਨਤਾ ਸੀ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ ਕਿ ਇਹ ਜਿਹੜਾ ਹਿੰਦੂ ਧਰਮ ਦੇ ਵਿੱਚ ਇਹ ਚੀਜ਼ ਹੈ, ਇਸ ਦੀ ਬਿਨਾਹ ਤੇ ਉਹਨਾਂ ਨੂੰ ਵੀ ਧਾਰਮਿਕ ਤੇ ਸੱਭਿਅਤਾ ਦੇ ਉਲਟ ਵੱਡੇ ਲੋਕਾਂ ਦੇ ਸਾਹਮਣੇ ਈਸਾਈ ਔਰਤਾਂ ਨੂੰ ਵੀ ਛਾਤੀਆਂ ਨੰਗੀਆਂ ਕਰਨੀਆਂ ਪੈਂਦੀਆਂ ਨੇ। ਇਸੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਹਿੰਦੂ ਧਰਮ ਛੱਡ ਕੇ ਈਸਾਈਅਤ ਵੱਲ ਗਏ, ਕਿਉਂਕਿ ਉਹਨਾਂ ਦੇ ਅਕੀਦੇ ਵੱਖਰੇ ਨੇ। ਧਰਮ ਇਦਾਂ ਡਿਵਰਟ ਹੁੰਦਾ ਜਦੋਂ ਧਰਮ 'ਚ ਤੁਹਾਡੇ ਨਾਲ ਸਤਿਕਾਰ ਨਹੀਂ ਆ। ਸਿੱਖਾਂ 'ਚ ਹੁਣ ਕਿਉਂ ਡੇਰਿਆਂ ਵੱਲ ਨੂੰ ਲੋਕ ਜਾਂਦੇ ਨੇ? ਕਿਉਂਕਿ ਉੱਥੇ ਜਲੀਲ ਕੀਤਾ ਜਾਂਦਾ, ਆ ਚੌਥਾ ਪੌੜਾ ਜੀ, ਫਲਾਂ ਜੀ, ਧਮਕਾਂ ਜੀ। ਇਸ ਦੌਰਾਨ ਉਹਨਾਂ ਈਸਾਈ ਲੋਕਾਂ ਨੇ ਸ਼ਿਕਾਇਤ ਕੀਤੀ ਤੇ ਫਿਰ ਇਹ ਵਾਇਸਰਾਏ ਦੇ ਹੁਕਮਾਂ ਤੇ ਇਹ ਜਿਹੜਾ ਦੀਵਾਨ ਸਰ ਸੀਪੀ ਰਾਮਾ ਸੁਆਮੀ ਨੇ ਉਹ ਹੁਕਮ ਕੀਤਾ ਕਿ ਕੋਈ ਵੀ ਔਰਤ ਉਹਨਾਂ ਦੀ ਸਟੇਟ ਦੇ ਵਿੱਚ ਟ੍ਰੈਵਨਕੋਟ ਦੇ ਵਿੱਚ ਛਾਤੀਆਂ ਨੰਗੀਆਂ ਨਹੀਂ ਕਰੇਗੀ। ਸੋ ਵਾਇਸਰਾਏ ਤੇ ਸਮਾਰਟ ਨੇ ਟ੍ਰੈਵਨਕੋਟ ਦੇ ਲੋਕਾਂ ਨੂੰ ਇਹ ਸ਼ਿਕਾਇਤਾਂ ਠੀਕ ਲੱਗੀਆਂ ਤੇ ਇਸ ਪ੍ਰਥਾ ਦਾ, ਇਹ ਤਾਂ ਪ੍ਰਥਾ ਕਵਾਂਗੇ, ਕੁਪ੍ਰਥਾ ਕਵਾਂਗੇ ਨਾ, ਕੁਰੈਤ ਕਵਾਂਗੇ, ਇਹਦਾ ਅੰਤ ਕਰਨ ਦਾ ਸੁਝਾਅ ਦਿੱਤਾ। ਰਿਆਸਤ ਦਾ ਜਿਹੜਾ ਮਹਾਰਾਜਾ ਸੀ ਉਹ ਨਾਬਾਲਗ ਸੀ, ਇਸ ਲਈ ਜਿਹੜੀ ਮਹਾਰਾਣੀ ਸੀ ਉੱਥੋਂ ਦੀ ਸੇਥੂ ਲక్ష్ਮੀ ਬਾਈ, ਉਹ ਰਿਆਸਤ ਦੀ ਰੈਜ਼ੀਡੈਂਟ ਸੀ। ਟ੍ਰੈਵਨਕੋਟ ਦੇ ਵਿੱਚ ਪ੍ਰਚਲਿਤ ਮਾਤਰ ਸੱਤਾ ਪ੍ਰਣਾਲੀ ਅਨੁਸਾਰ ਮਹਾਰਾਜੇ ਦੀ ਮਾਂ ਰੈਜ਼ੀਡੈਂਟ ਨਹੀਂ ਸੀ ਬਣ ਸਕਦੀ, ਬਲਕਿ ਮਹਾਰਾਜੇ ਦੀ ਭੂਆ ਹੀ ਇਸ ਅਧਿਕਾਰ ਦੀ ਅਸਲ ਹੱਕਦਾਰ ਸੀ। ਯਾਨੀ ਜਿਵੇਂ ਇੱਧਰ ਮੰਗਾਲਿਆ 'ਚ ਹੈ ਨਾ ਕਿ ਘਰ ਦੀ ਜਿਹੜੀ ਛੋਟੀ ਔਰਤ ਹੈ, ਲੜਕੀ ਹੈ, ਉਹ ਘਰ ਦੀ ਮਾਲਕ ਹੁੰਦੀ ਹੈ ਤੇ ਬੰਦੇ ਨੂੰ ਆਪਣੇ ਸਹੁਰੇ ਘਰ ਜਾ ਕੇ ਰਹਿਣਾ ਪੈਂਦਾ। ਮਾਤਰ ਸੱਤਾ ਪ੍ਰਣਾਲੀ ਉੱਥੇ ਚੱਲਦੀ ਹੈ, ਔਰਤਾਂ ਦਾ ਰਾਜ। ਇਸ ਕਰਕੇ ਮਹਾਰਾਜੇ ਦੀ ਭੂਆ ਨੂੰ ਇਹ ਅਧਿਕਾਰ ਸੀ। ਸਰ ਸੀਪੀ ਰਾਮਾ ਸੁਆਮੀ ਕਈ ਵਰ੍ਹਿਆਂ ਤੱਕ ਵਾਇਸਰਾਏ ਦੀ ਕਾਰਜਕਾਰੀ ਪ੍ਰੀਸ਼ਦ ਦਾ ਮੈਂਬਰ ਸੀ ਤੇ ਵਾਇਸਰਾਏ ਦੀ ਪਤਨੀ ਲੇਡੀ ਵੈਲਿੰਗਟਨ, ਇਹ ਵੀ ਵੈਲਿੰਗਟਨ ਬੜੀ ਚਰਚਿਤ ਸੀ ਤੇ ਇਸ ਦੇ ਨਾਲ ਉਸਦੇ ਗੂੜੇ ਸੰਬੰਧ ਸਨ ਤੇ ਮੈਂ ਉਹਨਾਂ ਨੂੰ ਕਈ ਵਾਰ ਦਿੱਲੀ ਦੇ ਇੰਪੀਰੀਅਲ ਹੋਟਲ ਦੇ ਵਿੱਚ ਦੇਖਿਆ ਸੀ। ਸੋ ਟੈਲੀਫੋਨ ਉੱਤੇ ਲੇਡੀ ਵੈਲਿੰਗਟਨ ਦੇ ਨਾਲ ਲੰਮੀਆਂ ਪ੍ਰੇਮ ਭਰੀਆਂ ਵਾਰਤਾਲਾਪਾਂ ਵੀ ਸੁਣੀਆਂ ਸਨ ਸੀਪੀ ਰਾਮਾ ਸੁਆਮੀ ਦੀਆਂ। ਉਹ ਵੀ ਥੋੜਾ ਜਿਹਾ ਕੈਪਟਨ ਸਾਹਿਬ ਵਰਗਾ ਸੀ। ਟ੍ਰੈਵਨਕੋਟ ਦੇ ਮਹਾਰਾਜੇ ਦੀ ਮਾਂ ਸੀ ਜਿਹੜੀ ਰਾਣੀ ਸੇਥੂ ਪਾਰਬਤੀ ਬਾਈ, ਬਹੁਤ ਸੋਹਣੀ ਸੀ ਤੇ ਸਰ ਸੀਪੀ ਰਾਮਾ ਸੁਆਮੀ ਈਸਾਈ ਸੰਗਠਨਾਂ ਵੱਲੋਂ ਇੱਕ ਮਹੱਤਵਪੂਰਨ ਮੁਕੱਦਮੇ ਦੀ ਪੈਰਵਾਈ ਦੇ ਸਿਲਸਿਲੇ ਵਿੱਚ ਤ੍ਰਿਵੇਂਦਰਮ ਆਇਆ ਤੇ ਸਰਕਾਰੀ ਹੈਸੀਅਤ ਦੇ ਵਿੱਚ ਰਿਆਸਤ ਦੀ ਰੈਜ਼ੀਡੈਂਟ ਮਹਾਰਾਣੀ ਸੇਬੂ ਬਾਈ ਲక్ష్ਮੀ ਨੂੰ ਮਿਲਿਆ। ਉੱਥੇ ਹੀ ਸਰ ਸੀਪੀ ਨੇ ਮਹਾਰਾਣੀ ਪਾਰਵਤੀ ਬਾਈ ਨੂੰ ਵੇਖਿਆ ਤੇ ਉਸ ਤੇ ਆਕਰਸ਼ਿਤ ਹੋ ਗਿਆ, ਮੋਹਿਤ ਹੋ ਗਿਆ। ਉਸ ਤੋਂ ਪਿੱਛੋਂ ਵਾਇਸਰਾਏ ਦੀ ਸਹਾਇਤਾ ਨਾਲ ਕੁਝ ਅਜਿਹਾ ਪ੍ਰਬੰਧ ਉਸਨੇ ਕਰ ਲਿਆ ਤੇ ਉਹ ਮੁੜ ਕੇ ਉੱਥੇ ਦੀਵਾਨ ਬਣ ਕੇ ਜਿਹੜਾ ਟ੍ਰੈਵਨਕੋਟ ਦਾ ਆ ਗਿਆ, ਆਪਣਾ ਜੁਗਾੜ ਲਾ ਗਿਆ ਉਸ ਇਸ਼ਕ ਨੂੰ ਨੇਪਰੇ ਚਾੜਨ ਦੇ ਵਾਸਤੇ, ਕਿਉਂਕਿ ਉਸ ਦਾ ਔਰਤ ਦਾ ਪਤੀ ਨਹੀਂ ਸੀਗਾ ਤੇ ਉਸ ਦਾ ਜਿਹੜਾ ਨਾਬਾਲਗ ਮੁੰਡਾ ਸੀ ਸੇਬੂ ਲక్ష్ਮੀ ਬਾਈ ਦਾ, ਉਹ ਮਹਾਰਾਜਾ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਇਹ ਪ੍ਰਥਾ ਵੀ ਸੀ। ਸੋ ਮਹੱਤਵਪੂਰਨ ਰਿਆਸਤਾਂ ਦੇ ਦੀਵਾਨਾਂ ਦੀ ਨਿਯੁਕਤੀ ਲਈ ਵਾਇਸਰਾਏ ਦੀ ਪ੍ਰਵਾਨਗੀ ਲੈਣੀ ਪੈਂਦੀ ਸੀ। ਮਹਾਰਾਣੀ ਪਾਰਵਤੀ ਬਾਈ ਨੇ ਸਰ ਸੀਪੀ ਰਾਮਾ ਸੁਆਮੀ ਦੇ ਪਿਆਰ ਨੂੰ ਹੁੰਗਾਰਾ ਦਿੱਤਾ ਤੇ ਉਹ ਪਰਸਪਰ ਇਸ਼ਕ ਦੇ ਵਿੱਚ ਪਰੁੱਚੇ ਗਏ। ਇੱਥੋਂ ਤੱਕ ਕਿ ਉਹਨਾਂ ਦੀਆਂ ਪਿਆਰ ਦੀਆਂ ਕਹਾਣੀਆਂ ਟ੍ਰੈਵਨਕੋਟ ਰਿਆਸਤ ਦੇ ਹਰ ਬੰਦੇ ਦੀ ਜ਼ੁਬਾਨ ਤੇ ਚਰਚਿਤ ਹੋਣ ਲੱਗੀਆਂ। ਰਾਜਨੀਤੀ ਖੇਤਰ ਦੇ ਵਿੱਚ ਵੀ ਇਹ ਕਹਾਣੀ ਫੈਲੀ ਸੀ ਕਿ ਵਾਇਸਰਾਏ ਭਵਨ ਤੱਕ ਵੀ ਪੁੱਜੀ, ਪਰ ਦੀਵਾਨ ਸ਼ਕਤੀਸ਼ਾਲੀ ਸੀ। ਸੀਪੀ ਰਾਮਾ ਸੁਆਮੀ ਤੇ ਕਿਸੇ ਦੀ ਜ਼ਰੂਰਤ ਨਹੀਂ ਸੀ ਪਈ ਕਿ ਉਸ ਨੂੰ ਦੀਵਾਨ ਦੇ ਤੌਰ ਤੇ ਹਟਾਵੇ ਜਾਂ ਵਾਇਸਰਾਏ ਇੰਡੀਆ ਦੇ ਕੋਲ ਉਸ ਦੀ ਚੁਗਲੀ ਕਰੇ ਜਾਂ ਉਸ ਨੂੰ ਹਟਾ ਸਕੇ। ਦੀਵਾਨ ਸ਼ਕਤੀਸ਼ਾਲੀ ਸੀ। ਮਹਾਰਾਜੇ ਦੀ ਮਾਂ ਮਹਾਰਾਣੀ ਪਾਰਵਤੀ ਬਾਈ ਦਾ ਪ੍ਰਭਾਵ ਖੇਤਰ ਵੀ ਕਾਫੀ ਵਿਸ਼ਾਲ ਸੀ। ਇਸ ਕਰਕੇ ਇਸ ਪਿਆਰ ਸਬੰਧਾਂ ਤੇ ਕਿਸੇ ਨੇ ਉਂਗਲ ਚੁੱਕਣ ਦਾ ਹੌਸਲਾ ਨਹੀਂ ਸੀ ਕੀਤਾ। ਪਰ ਰਿਆਸਤ ਦੀ ਜਨਤਾ ਸੀ ਜਿਹੜੀ ਤ੍ਰਿਵੇਂਦਰਮ ਦੀ, ਉਹ ਸਰ ਸੀਪੀ ਰਾਮਾ ਸੁਆਮੀ ਦੀਵਾਨ ਅਤੇ ਮਹਾਰਾਣੀ ਪਾਰਵਤੀ ਸੇਬੂ ਦੇ ਇਸ ਖੁੱਲ੍ਹਮ ਖੁੱਲ੍ਹੇ ਸਰੀਰਕ ਸਬੰਧਾਂ ਤੋਂ ਬਹੁਤ ਦੁਖੀ ਸੀ ਤੇ ਸਰ ਸੀਪੀ ਰਾਮਾ ਸੁਆਮੀ ਨੂੰ ਲੋਕ ਘਿਰਣਾ ਵੀ ਕਰਨ ਲੱਗੇ। ਇੱਕ ਤਾਂ ਇਹ ਕਾਰਨ ਹੋਇਆ ਕਿ ਉਸਨੇ ਉਹ ਬ੍ਰਾਹਮਣਵਾਦੀ ਪ੍ਰਥਾ ਸੀ ਉਹਦਾ ਖਾਤਮਾ ਕੀਤਾ। ਉੱਥੋਂ ਦਾ ਜਿਹੜਾ ਬ੍ਰਾਹਮਣ ਸਮਾਜ ਸੀ, ਹਿੰਦੂ ਸਮਾਜ ਸੀ, ਉਹ ਤੋਂ ਖਫਾ ਸੀ
ठीक है कि ईसाई खुश सीगे क्योंकि उन्होंने औरतों के हक च काम किया सी ते इस करके जिहड़ा उत्थों दा कट्टर ब्राह्मण समाज सी वो बहाना ही भालदा सी उसके खिलाफ कंन भरन दा क्योंकि उन्हां दा जिहड़ा वो मनुवाद सी उसने करारी चोट कीती सी। ते इसलिए जदों सर सीपी रामास्वामी ने जवान महाराजे नाल सलाह कीते बिना ही ट्रैवनकोट रियासत नूं सुतंत्र ऐलान दिता तां लोकां नूं सर सीपी रामास्वामी ते शक पैदा हो गया ते रियासत की जनता ने यह मंग की कि इस दीवान नूं तुरंत हटा दिओ क्योंकि दीवान नूं महाराजे दी मां दा समर्थन हासिल सी। इसलिए वो अपने अहुदे ते कायम रहा ते उदों तक रहा जदों एक आदमी ने उस सीपी रामास्वामी नूं जानों मारन दी कोशिश की। ਇਹ हमले ਦੇ ਵਿੱਚ सर सीपी रामास्वामी ਦਾ ਨੱਕ ਤੇ ਬੁੱਲ ਵੱਢੇ ਗਏ ਜਦੋਂ ਉਹਦੇ ਤੇ ਅਟੈਕ ਹੋਇਆ। ਇਸ ਹਮਲੇ ਦੇ ਵਿੱਚ ਉਹ ਜ਼ਖਮੀ ਹੋਇਆ ਤੇ ਜਾਨ ਬਚਾ ਕੇ ਉੱਥੋਂ ਭੱਜ ਨਿਕਲਿਆ। ਸੋ ਉਸ ਰਿਆਸਤ ਦੇ ਮਹਾਰਾਜੇ ਨੇ ਦਿੱਲੀ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਨੂੰ ਮਿਲਣ ਤੋਂ ਬਾਅਦ ਰਿਆਸਤ ਨੂੰ ਭਾਰਤ ਵਿੱਚ ਮਿਲਾਉਣਾ ਮੰਨ ਲਿਆ। ਇਹ ਗੱਲ ਮੰਨਦਿਆਂ ਮਹਾਰਾਜੇ ਨੇ ਸਰਦਾਰ ਪਟੇਲ ਨੂੰ ਕਿਹਾ कि जदों तक मेरे भगवान पद्मनाभ आग्या नहीं देणगे मैं अपनी रियासत भारत विच शामिल नहीं करांगा। हालांकि सीपी रामास्वामी ते ओ रियासत दी जिहड़ी उन्हां दी सेबू लक्ष्मी राणी सी ओ रजामंद सी पर जिहड़ा यंग राजा सी ओ रजामंद नहीं सी। उसने बहाना मारिया कि साडा जिहड़ा पद्मनाभ स्वामी मंदिर दा भगवान है पद्मनाभन ये आग्या नहीं दिंदा कि असीं इंडिया च शामिल होईए असीं आजाद रहांगे क्योंकि इस सीपी रामास्वामी ने महाराजे नाल सलाह कीते बिना इस नूं आजाद रहण दा जानी इस मुल्क दे विच शामिल ना होण दा ऐलान कर दिता सी महारानी नाल मिल के। ते सो महाराजे ने वल्लभ भाई पटेल नाल मुलाकात भी की अपनी मां दे संबंधां दा भी उसनूं पता सी सीपी रामास्वामी दा भी पता सी पर उसने आख्या कि साडे जिहड़े कुछ लोग ने वो कहंदे ने कि भगवान आग्या नहीं दिंदा जिस करके जिन्नी देर भगवान आग्या नहीं दिंदा उन्नी देर असीं शामिल नहीं हो सकते। तां फिर वल्लभ भाई पटेल ने उस महाराजे नूं आख्या कि मैं इस महत्वपूर्ण मसले उत्ते भगवान पद्मनाभ नाल सलाह करांगा ते महाराजे वल्लों अपने प्रार्थना कमरे दे विच बैठ के भगवान दे नाल वार्तालाप करांगा। ते कुछ चिर सरदार वल्लभ भाई पटेल उत्थे पूजा कमरे दे विच बैठण तो बाद बाहर आया ते उसने आके इस ट्रैवनकोट दे महाराजे नूं आख्या कि भगवान पद्मनाभ इस गल ते राजी हो गए ने कि ट्रैवनकोट रियासत नूं भारत विच शामिल कीता जावे। इस तो बाद फिर महाराजे कोल भी बहाना ना बचिया ते इह रियासत ट्रैवनकोट भारत दे विच मिलण दे वास्ते उसनूं दस्तखत करने पए। हुण तुसीं पखंड वेखो कि की भगवान बोलदा। भारत का सब तो अमीर मंदिर है पद्मनाभ स्वामी मंदिर। उत्थे कोई सोने की खान थोड़ी है। स्टेट दे लोकां दा रेवन्यू इकट्ठा करके उन्हां ते टैक्स ला के मतलब लोकां दियां छातियां वढ़ के जिहड़ा टैक्स इकट्ठा होया जां होर टैक्स इकट्ठा होया उहदे नाल भगवान नूं पैसा चढ़िया। हुण उत्थे इन्ने 6 चैंबर ने उत्थे कहा जांदा कि उहदी राखी सप्प करदे ने जे तुसीं उस खजाने च वड़े ਤਾਂ ਸੱਪ ਨੇ ਤੁਹਾਨੂੰ ਖਤਮ ਕਰ ਦੇਣਾ। ਤੁਸੀਂ ਕਿਤੇ ਗੂਗਲ ਮਾਰੋ ਤੇ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਉੱਥੇ ਰੌਲਾ ਪਿਆ ਕਿ ਖਜ਼ਾਨੇ ਚੋਰੀ ਹੋ ਗਈ ਹੈ ਤਾਂ ਉੱਥੇ 3-4 ਚੈਂਬਰ ਖੁੱਲੇ ਉੱਥੇ ਜਿਵੇਂ ਚੌਲਾਂ ਦੇ ਦਾਣੇ ਹੁੰਦੇ ਆ ਨਾ ਐਦਾਂ ਸੋਨਾ ਘੜ ਕੇ ਰੱਖਿਆ ਹੋਇਆ। ਉਹਦਾ ਕੀ ਰਿਕਾਰਡ ਹੈ ਕੌਣ ਮੁੱਠੀ ਘਰ ਭਰ ਕੇ ਕੌਣ ਲਿਫਾਫਾ ਭਰ ਕੇ ਲੈ ਗਿਆ ਕੋਈ ਗਿਣਤੀ ਨਹੀਂ ਹੈ ਉਹਦੀ। 3-4 ਚੈਂਬਰ ਚੈੱਕ ਹੋਏ ਉਸ ਤੋਂ ਬਾਅਦ ਫਿਰ ਕਹਿੰਦੇ ਜੀ ਜੇ ਅਗਲੇ 2 ਚੈਂਬਰ ਖੋਲੇ ਤਾਂ ਪਰਲੋ ਆ ਜਾਏਗੀ। ਉਹ ਸਾਰਾ ਕੁਝ ਠੱਪ ਕਰ ਦਿੱਤਾ। ਹੁਣ ਉਹ ਪੈਸਾ ਕੋਈ ਬਾਹਰੋਂ ਤਾਂ ਆਇਆ ਨਹੀਂ ਉਹ ਉੱਥੋਂ ਦੇ ਕੇਰਲਾ ਦੇ ਸਥਾਨਕ ਲੋਕਾਂ ਦਾ ਸਦੀਆਂ ਤੋਂ ਹੁੰਦਾ ਸ਼ੋਸ਼ਣ ਕਿਉਂਕਿ ਵਰਮਾ ਵੰਸ਼ ਦਾ ਰਾਜਾ ਸੀ। ਵਰਮਾ ਇਹ ਖਾਨਦਾਨ ਦੇ ਲੋਕ ਸੀਗੇ ਤੇ ਉੱਥੇ ਬ੍ਰਾਹਮਣਾਂ ਦੀਆਂ ਮਨੂਵਾਦੀਆਂ ਜਾਸ਼ੀਆਂ ਸੀ। ਭਗਵਾਨ ਦੇ ਨਾਂ ਤੇ ਪੈਸਾ ਇਕੱਠਾ ਹੋਇਆ ਤੇ ਅਜੇ ਤੱਕ ਵੀ 70 ਸਾਲ ਹੋ ਗਏ ਨੇ ਉਸ ਖਜ਼ਾਨੇ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਉੱਥੇ ਪੁਜਾਰੀ ਨੇ ਉੱਥੇ ਸਟੇਟ ਦੇ ਮਤਲਬ ਖਾਨਦਾਨੀ ਪੁਜਾਰੀ ਨੇ ਉਹਨਾਂ ਦੇ ਪੁਜਾਰੀਆਂ ਦੇ ਅੱਗੋਂ ਬੱਚੇ ਪੁਜਾਰੀ ਬਣਦੇ ਨੇ ਤੇ ਉਹ ਫਿਰ ਉਹਨਾਂ ਦੀ ਉੱਥੇ ਜਿਹੜੀ ਆ ਉਹ ਸਲਤਨਤ ਚੱਲਦੀ ਹੈ। ਉੱਥੇ ਹੁਣ ਪੈਸਾ ਹੈ ਨਹੀਂ ਹੈ ਕਿਹਨੂੰ ਪਤਾ। ਖੈਰ ਸੀਪੀ ਰਾਮਾਸਵਾਮੀ ਅਯਰ ਨੇ ਲੰਡਨ ਦੇ ਵਿੱਚ ਹੋਣ ਵਾਲੀ ਗੋਲਮੇਜ ਕਾਨਫਰੰਸ ਦੇ ਵਿੱਚ 2 ਬੈਠਕਾਂ ਦੇ ਵਿੱਚ ਟ੍ਰੈਵਨਕੋਟ ਰਿਆਸਤ ਦੀ ਪ੍ਰਤੀਨਿਧਤਾ ਕੀਤੀ ਸੀ। ਇਹ ਜਿਹੜੀ ਮਹਾਰਾਣੀ ਸੇਥੂ ਪਾਰਵਤੀ ਬਾਈ ਸੀ ਜੋ ਵਿਡੋ ਸੀ ਤੇ ਇਸ ਦੀ ਰਖੇਲ ਸੀ ਰਾਮਾਸਵਾਮੀ ਦੀ ਤੇ ਮੈਂ ਇਕੱਠੇ ਜਹਾਜ਼ ਵਿੱਚ ਸਫ਼ਰ ਕਰ ਰਹੇ ਸੀ। ਮੈਂ ਨਹੀਂ ਜਾਣੀ ਪਰਮਿੰਦਰ ਠਿਵਾਣਾ ਨਹੀਂ ਦੀਵਾਨ ਜਰਮਨੀ ਦਾਸ ਕਹਿੰਦੇ ਅਸੀਂ ਗੋਲਮੇਜ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਤੋਂ ਹਿੱਸਾ ਲੈਣ ਤੋਂ ਬਾਅਦ ਆ ਰਹੇ ਸੀ ਤੇ ਮਹਾਰਾਣੀ ਸੇਥੂ ਪਾਰਵਤੀ ਤੇ ਸਰ ਪੀਵੀ ਰਾਮਾਸਵਾਮੀ ਨਾਲ ਲੰਡਨ ਗਈ ਹੋਈ ਸੀ। ਜਹਾਜ਼ ਦੇ ਵਿੱਚ 3-4 ਕੈਬਨ ਬਣੇ ਹੋਏ ਸੀ।
हर कैबन दे विच समुद्री जहाज 'च वड्डे वड्डे सौण कमरे ते ड्राइंग रूम सी। असल दे विच जहाज दा एक पूरा कोना ट्रैवनकोर्ट स्टेट दी महाराणी ते सर सीपी रामास्वामी दे लई रिजर्व सी। ਉਹ लोग लुक छिप के इकट्ठे नहीं रहंदे सी, सगों सब दे सामने एक दूजे ਦੀਆਂ ਬਾਹਾਂ 'ਚ ਬਾਹਾਂ ਪਾ ਕੇ ਸਮੁੰਦਰੀ ਜਹਾਜ਼ ਦੇ ਡੈਕ ਤੇ ਟਹਿਲਦੇ ਤੇ ਆਪਣੇ ਕੈਬਨ ਦਾ ਬੂਹਾ ਖੋਲ ਕੇ ਇਕੱਠੇ ਸ਼ਰਾਬਾਂ ਪੀਂਦੇ, ਤਾਸ਼ਾਂ ਖੇਡਦੇ ਤੇ ਖੁੱਲ੍ਹ ਖੇਡਾਂ ਖੇਡਦੇ। जहाज ਦੇ ਵਿੱਚ ਇਸ ਗੱਲ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਸੀ ਕਿ ਦੂਜਾ ਮੁਸਾਫਰ ਕੀ ਕਰ ਰਿਹਾ। ਸਰ ਸੀਪੀ ਰਾਮਾਸਵਾਮੀ ਤੇ ਮਹਾਰਾਣੀ ਸੇਥੂ ਲక్ష్ਮੀ ਦਿਨ ਰਾਤ ਖੁੱਲ੍ਹ ਕੇ ਆਪਣੀਆਂ ਖੇਡਾਂ ਖੇਡਦੇ ਤੇ ਜਹਾਜ਼ ਦੇ ਮੁਸਾਫਰ ਇਹ ਚੀਜ਼ ਵੇਖਦੇ ਰਹਿੰਦੇ। ट्रैवनकोट वापस आके महाराणी पार्वती बाई बरदयाल महल दे विच अपने पुत्र जो ट्रैवनकोट दा महाराजा सी उसदे नाल रहन लगी ते सर सीपी रामास्वामी दा अक्सर उत्थे भी आउण जाण बन लगा। महाराजा नाबालग सी, इसलिए सर सीपी रामास्वामी अय्यर ते महाराणी दा इह प्यार निर्विरोध चलदा रहा। ट्रैवनकोट दक्षिणी भारत दी बड़ी महत्वपूर्ण रियासत है। उस महाराजे दा जिहड़ा नां सी ओह नां सुण लिओ ना, हिज हाइनेस पद्मनाभ दास वांचीपाल सर राम वर्मा कुलशेखर कीर्तिपति मन्ने सुल्तान महाराजा राजा राम राज बहादुर शमशेर जंग CCI महाराजा ऑफ ट्रैवनकोट। मेरा तो यार गला दुखन लग पिया, एडा वड्डा नाम। ये अहुदे सी जिवें CCI ICI ये अहुदे अंग्रेज दिंदे सी, हिज हाइनेस वगैरह। ਇਹਦਾ ਅਸਲ ਨਾਮ ਪਦਮਨਾਭ, ਕਿਉਂਕਿ ਉੱਥੋਂ ਦੇ ਭਗਵਾਨ ਦਾ ਨਾਮ ਪਦਮਨਾਭ ਦਾਸ ਵਾਂਚੀਪਾਲ ਰਾਮ ਵਰਮਾ ਇਹਨਾਂ ਦਾ ਗੋਤ ਸੀਗਾ। ਬਾਕੀ ਇਹਦੇ ਸਾਰੇ ਅਲੰਕਾਰ ਤਖੱਲਸ ਸੀਗੇ। ਇਸ ਮਹਾਰਾਜੇ ਨੂੰ 10 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਸੀ, ਕਿਉਂਕਿ ਉਹ ਅੰਗਰੇਜ਼ ਤੈਅ ਕਰਦੇ ਸੀ ਕਿ ਕਿਸ ਰਾਜੇ ਨੂੰ ਕਿੰਨੀਆਂ ਤੋਪਾਂ ਦੀ ਸਲਾਮੀ ਲੈਣ ਦਾ ਅਧਿਕਾਰ ਹੈ। ਜੇ ਕਿਸੇ ਨੂੰ ਚਾਪਲੂਸੀ ਕਿਸੇ ਨੇ ਕੀਤੀ, ਇੰਡੀਆ ਨਾਲ ਗਦਾਰੀ ਕੀਤੀ ਜਾਂ ਇੰਡੀਆ ਤੋਂ ਮਾਲ ਮੱਤਾ ਜਿਹੜਾ ਅੰਗਰੇਜ਼ਾਂ ਨੂੰ ਦਿੱਤਾ ਉਹਨੂੰ 10 ਦੀ ਬਜਾਏ 21 ਤੋਪਾਂ ਦੀ ਸਲਾਮੀ ਮਿਲਦੀ ਸੀ। ਜਾਂ ਇਦਾਂ CCI ICI ਇਦਾਂ ਦਾ ਕੋਈ ਟੁੱਚੂ ਜਾਂ ABC ਉਹਦਾ ਲੈ ਦਿੰਦੇ। ਇਹ ਉਹਦੇ ਪਿੱਛੇ ਹੀ ਇਹ ਲੋਕ ਜਿਹੜਾ ਚਾਪਲੂਸੀ ਬ੍ਰਿਟਿਸ਼ ਦੀ ਕਰੀ ਜਾਂਦੇ। ਇਹ ਮਤਲਬ ਇਹਨਾਂ ਲੋਕਾਂ ਨੇ ਬੇੜਾ ਗਰਕ ਕੀਤਾ। ਸੋਨੀਆ ਗਾਂਧੀ ਜਦੋਂ ਉਹ ਸਿਆਸਤ 'ਚ ਉਹਨੇ ਬਹੁਤ ਵਧੀਆ ਗੱਲ ਆਖੀ ਕਿ ਭਾਰਤ ਦੇ ਜਿੰਨੇ ਵੀ ਰਾਜੇ ਮਹਾਰਾਜੇ ਕਾਂਗਰਸ 'ਚ ਨੇ ਉਹ ਆਪਣੇ ਨਾਵਾਂ ਨਾਲ ਨਵਾਬ ਰਾਜਾ ਮਹਾਰਾਜਾ ਵਰਤਣਾ ਬੰਦ ਕਰ ਦਿਓ। पर हटते किथे, जो हटते लोग थोड़ी हटते हैं। महाराणी परनीत कौर, महाराजा अमरिंदर सिंह बलाबला, दिग्विजय सिंह वगैरह वगैरह। सो इस करके खून चों गुलामी नहीं ना निकलती साडे लोकां दे। सो ट्रैवनकोट भारती रियासत दे धुर दखण दे विच इह रियासत सी। भारती दीप अते दखण पश्चिमी भाग दे विच फैली होई सी। इस दे उत्तर दे विच कोचीन रियासत दा कोयंबटूर नां दा जिला सी। कोयंबटूर रियासत का राजा खत्री वंश के विचों सी ते इस खत्री वंश दीयां जड़ां दक्षिणी भारत के चेरा सम्राटां तक फैलियां होईयां सी। प्राचीन समय दे विच प्रमुख नगर जिहड़ा इह तिरुवांकोण नां दा सी। इसे दे नां ते इस रियासत दा तिरुवांकोंडू दे नां तो इस दा नां ट्रैवनकोर पिया जां ट्रैवनकोट पिया। त्रिवेंद्रम इहदा मुख शहर है केरला दा। सो इह पुराना प्रमुख नगर अज एक छोटा जिहा कस्बा है ते इस राज उत्ते उही विरासत दा ओह पुराना कानून सी जिस दा नां सी कानून दा नां मारोम कथायानम कानूनम। इस कानून दे विच वंश परंपरा औरतां वल्लों गिणी जांदी सी, जानी कि मातर सत्ता चलदी सी। जानी कि घर दी धी है ना जिहड़ी ओह असल वारस हुंदी सी जायदाद दी, बंदा नहीं सी वारस हुंदा। ते इस वंश नूं अगे चलाउण लई विरासत संबंधी कानूनां नूं मानता देण दे विचार नाल अर्ल कैलिंग दे दस्तखतां दे हेठ एक विशेष सनद जारी कीती गई, कानून बनिया। सन 1900 दे विच अज तो 121 साल पहलां जिहड़ी ये महाराणी सी, इहदी जो रखेल सीगी सीपी रामास्वामी दी, सेथू लक्ष्मी बाई ते सेथू पार्वती बाई नूं अटिंगल दीयां राणीआं दे रूप दे विच अपना लिया गया। उस नूं 1 सितंबर 1924 नूं महाराणी दा अहुदा प्रदान किया गया ते वड्डी महाराणी दा विआह मई 1906 दे विच राम वर्मा नाल होया सीगा, जिहदा इह मुंडा महाराजा नाबालग सी। राम वर्मा केरल वर्मा वायला कोल तानपुरम दा भतीजा सी। महाराणी पार्वती बाई दा विआह रवि वर्मा नाल अप्रैल 1907 दे विच होया सी ते रवि वर्मा कोलमपुर नूर वंश दे विचों सी ते वड्डी महाराणी दे 2 धीआं होईयां, एक 30 दिसंबर 1923 नूं ते दूजी 3 अक्तूबर 1926 नूं। महाराणी सिब्बू लक्ष्मी बाई दे 2 पुत्र ते 1 धी होई।
एक पुत्र 17 नवंबर 1912 ਨੂੰ ਤੇ ਦੂਜਾ 22 ਮਾਰਚ 1922 ਨੂੰ ਪੈਦਾ ਹੋਇਆ। ਵੱਡੇ ਪੁੱਤਰ ਨੂੰ ਮਹਾਰਾਜਾ ਤੇ ਛੋਟੇ ਪੁੱਤਰ ਨੂੰ ਏਲਿਆ ਰਾਜਾ ਕਿਹਾ ਜਾਂਦਾ ਸੀ। ਜਿਵੇਂ ਆਪਣੇ ਕੌਰਜੀ ਵਾਲਾ ਕਹਿੰਦੇ ਆ ਨਾ, ਕੌਰਜੀ ਵਾਲਾ ਪਿੰਡ ਆਪਣੇ ਮਨਪ੍ਰੀਤ ਬਾਈ ਦੀ ਕਾਲ ਆਉਂਦੀ ਹੁੰਦੀ ਆਸਟ੍ਰੇਲੀਆ ਤੋਂ, ਇਹ ਵੀ ਕੰਵਰ ਦੇ ਨਾਂ ਤੇ ਬਣਾਇਆ ਗਿਆ ਸੀਗਾ, ਕਿਉਂਕਿ ਜੋ ਸਿੱਖਾਂ ਦੇ ਵਿੱਚ ਨਾਮ ਪਿਆ ਨਾ ਕੌਰ ਦਾ, ਇਹ ਨਾਂ ਕੰਵਰ ਤੋਂ ਪਿਆ। ਔਰਤ ਨੂੰ ਕੰਵਰ ਕਿਹਾ ਜਾਂਦਾ ਸੀ। ਜਿਵੇਂ ਰੂਪ ਕੰਵਰ ਸੀ, ਇਹ ਨਾਂ ਅੱਜ ਵੀ ਵਰਤਿਆ ਜਾਂਦਾ ਹਿੰਦੂਆਂ 'ਚ, ਰੂਪ ਕੰਵਰ। ਇਹ ਰੂਪ ਕੰਵਰ ਸੀ ਜਿਹੜੀ ਰਾਜਸਥਾਨ ਦੀ ਸੀ, ਕਿਉਂਕਿ ਰਾਜਪੂਤਾਂ 'ਚ ਇਹ ਨਾਂ ਸਿੰਘ ਤੇ ਕੌਰ ਉੱਥੋਂ ਆਇਆ ਸਿੱਖੀ ਦੇ ਵਿੱਚ। ਅੱਜ ਵੀ ਬਹੁਤ ਸਾਰੀਆਂ ਔਰਤਾਂ ਆਪਣੇ ਨਾਂ ਨਾਲ ਕੰਵਰ ਲਾਉਂਦੀਆਂ ਨੇ, ਜਾਣੀ ਸ਼ਹਿਜ਼ਾਦੀ, ਜਿੱਥੋਂ ਸਿੱਖਾਂ ਨੇ ਕੌਰ ਲਿਖਣਾ ਸ਼ੁਰੂ ਕੀਤਾ। ਜਿਵੇਂ ਕੌਰ ਜੀ ਵਾਲਾ ਪੰਜਾਬੀ 'ਚ ਕਹਿੰਦੇ ਨਾ, ਕੰਵਰ ਜੀ ਵਾਲਾ, ਇਹ ਕੌਰ ਜੀ ਵਾਲਾ ਪਿੰਡ ਸੀਗਾ। ਇਹ ਕੰਵਰ ਦਾ ਸੀ, ਰਾਜੇ ਦੇ ਭਰਾ ਦੇ ਨਾਂ ਤੇ ਸੀਗਾ। ਸੋ ਉਹ ਰੂਪ ਕੰਵਰ ਸੀ ਨਾ ਜਿਹੜੀ, ਉਹ ਰਾਜਸਥਾਨ ਦੀ ਆਖਰੀ ਸਤੀ ਸੀ। 2-3 ਦਹਾਕੇ ਹੋ ਗਏ ਨੇ, ਤੁਸੀਂ ਗੂਗਲ ਮਾਰੋ। ਉਹ ਰੂਪ ਕੰਵਰ ਨਾਂ ਦੀ ਔਰਤ ਆਖਰੀ ਔਰਤ ਸੀ ਜਿਹੜੀ ਪਬਲਿਕਲੀ ਸਤੀ ਹੋਈ ਸੀ। ਉਹਨੂੰ ਦੇਵੀ ਬਣਾ ਦਿੱਤਾ ਗਿਆ, ਰੂਪ ਕੰਵਰ। ਸੋ ਉਥੋਂ ਇਹ ਜਿਹੜੀ ਹਿਸਟਰੀ ਹੈ ਨਾ ਕੌਰ ਦੀ, ਜਿਵੇਂ ਪੰਜਾਬੀ 'ਚ ਸਰਦਾਰਾਂ 'ਚ ਕੌਰ ਲਿਖਿਆ ਜਾਂਦਾ ਔਰਤ ਨੂੰ, ਇਹ ਜਾਣੀ ਰਾਣੀ ਦਾ ਰੁਤਬਾ, ਇੱਕ ਤਰ੍ਹਾਂ ਸ਼ਹਿਜ਼ਾਦੀ ਦਾ। ਸੋ ਛੋਟੇ ਮਹਾਰਾਜਾ ਦਾ ਨਾਂ ਏਲਿਆ ਸੀ ਤੇ ਇਸ ਧੀ ਦਾ ਜਨਮ ਹੋਇਆ ਸੀ 17 ਸਤੰਬਰ 1912 ਨੂੰ। ਮਹਾਰਾਜੇ ਦੀ ਇਸੇ ਭੈਣ ਤਿਰੂਮਲ ਦੀ ਸ਼ਾਦੀ ਜਨਵਰੀ 1934 ਦੇ ਵਿੱਚ ਪੁੰਜਾਰ ਵੰਸ਼ ਦੇ ਰਾਜਾ ਗੋਦਾ ਵਰਮਾ ਨਾਲ ਹੋਈ ਸੀ। ਅਟੈਂਗਲ ਦੀ ਵੱਡੀ ਰਾਣੀ ਨੂੰ ਰਸਮੀ ਤੌਰ ਤੇ ਹਰ ਹਾਈਨਸ ਦੀ ਉਪਾਧੀ ਦਿੱਤੀ ਗਈ ਤੇ ਫਿਰ ਮਾਰਚ 1933 ਦੇ ਵਿੱਚ ਟ੍ਰੈਵਨਕੋਰ ਦੇ ਮਹਾਰਾਜੇ ਦੀ ਮਾਂ ਨੂੰ ਵੀ ਹਰ ਹਾਈਨਸ ਦੀ ਉਪਾਧੀ ਦਿੱਤੀ ਗਈ, ਭਾਵੇਂ ਕਿ ਉਹ ਅਸਲੀ ਮਹਾਰਾਣੀ ਨਹੀਂ ਸੀ। ਇਹ ਸੀ ਵਾਸ਼ਨਾਮਈ ਰਾਜਮਾਤਾ ਸੇਥੂਬਾਈ ਲక్ష్ਮੀ ਤੇ ਉਸ ਦਾ ਇਹ ਖੈਰ ਅੱਛਾ ਵੀ ਕਰ ਗਏ ਨੇ, ਕਿਉਂਕਿ ਇਦਾਂ ਦਾ ਜਿਹੜਾ ਕਾਲਾ ਕਾਨੂੰਨ ਸੀ ਜਿਸ ਦੇ ਵਿੱਚ ਨਾਗਲੀ ਵਰਗੀਆਂ ਔਰਤਾਂ ਨੂੰ ਆਪਣੀਆਂ ਛਾਤੀਆਂ ਕੱਟਣੀਆਂ ਪਈਆਂ। ਧਰਮ ਕੋਈ ਵੀ ਮਾੜਾ ਨਹੀਂ ਆ, ਸਾਰੇ ਧਰਮ ਅੱਛੇ ਨੇ, ਪਰ ਅਫਸੋਸ ਕਿ ਧਰਮ ਦੇ ਵਿੱਚ ਜਦੋਂ ਪੁਜਾਰੀ ਆਉਂਦਾ ਨਾ ਆਪਣੇ ਪ੍ਰੋਫਿਟ ਵਾਸਤੇ, ਉਹ ਧਰਮ ਦਾ ਬੇੜਾ ਗਰਕ ਕਰਦਾ। ਮਾਫ ਕਰਨਾ, ਇਹਨਾਂ ਦੇ ਨਾਲੋਂ ਤਾਂ ਨਾ ਨਾਸਤਿਕ ਵੀ ਚੰਗੇ ਨੇ। ਘੱਟੋ ਘੱਟ ਉਹ ਧਰਮ ਦੀ ਆੜ ਦੇ ਵਿੱਚ ਸ਼ੋਸ਼ਣ ਤਾਂ ਨਹੀਂ ਨਾ ਕਰਦੇ। ਸੋ ਇਸ ਕਰਕੇ ਇਹਨਾਂ ਵਰਤਾਰਿਆਂ ਤੋਂ ਸਾਨੂੰ ਸਮਝਣ ਦੀ ਜ਼ਰੂਰਤ ਹੈ। ਲਓ ਹੁਣ ਕਾਲਸ ਮੈਂ ਤੁਹਾਡੀਆਂ ਖੋਲ ਦਿੱਤੀਆਂ ਨੇ। ਕਿਸੇ ਸੱਜਣ ਨੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਆਪ ਦਾ ਸਵਾਗਤ ਹੈ। ਤੇ ਅੱਜ ਵੀ ਜਿਹੜਾ ਬੜਾ ਇੱਕ ਦਰਦਨਾਕ ਹਾਦਸਾ ਵਾਪਰਿਆ ਕਰਵਾ ਚੌਥ ਦੀ ਦੇਰ ਰਾਤ ਕਾਲਾ ਬੱਕਰਾ ਦੇ ਨੇੜੇ, ਜਲੰਧਰ ਦੇ ਪਠਾਨਕੋਟ ਕੌਮੀ ਮਾਰਗ ਤੇ ਕਾਲਾ ਬੱਕਰਾ ਪੈਂਦਾ ਅੱਡਾ, ਢਾਬੇ ਦੇ ਕੋਲ ਇੱਕ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ ਤੇ 3 ਔਰਤਾਂ ਗੰਭੀਰ ਜ਼ਖਮੀ ਹੋਈਆਂ ਨੇ। ਇਹ ਕਾਰ ਸਵਾਰ ਟਾਂਡਾ ਤੋਂ ਕਿਸੇ ਆਪਣੇ ਰਿਸ਼ਤੇਦਾਰ ਕੋਲ ਨਿੱਜੀ ਕੰਮ ਲਈ ਗਏ ਸੀ ਤੇ ਵਾਪਸ ਆਉਂਦੇ ਡਿਫੈਂਸ ਕਲੋਨੀ ਜਲੰਧਰ ਨੂੰ ਜਦੋਂ ਆ ਰਹੇ ਸੀ ਤਾਂ ਕਾਲਾ ਬੱਕਰਾ ਦੇ ਨੇੜੇ ਢਾਬੇ ਦੇ ਨੇੜਿਓਂ ਲੰਘ ਰਹੇ ਸੀ ਕਿਸੇ ਅਣਪਛਾਤੇ ਵਾਹਨ ਨੇ ਉਹਨਾਂ ਦੀ ਕਾਰ ਨੂੰ ਹਿੱਟ ਕੀਤਾ। ਪਚਰੰਗਾ ਪੁਲਿਸ ਚੌਂਕੀ ਦੇ ਇੰਚਾਰਜ ਨੇ ਦੱਸਿਆ ਕਿ ਇਹ ਡਿਫੈਂਸ ਕਲੋਨੀ ਦੇ ਰਹਿਣ ਵਾਲੇ 3 ਲੋਕ ਸੀ ਜਿਨ੍ਹਾਂ ਦੀ ਮੌਤ ਹੋਈ ਹੈ ਤੇ ਕੁਝ ਜ਼ਖਮੀ ਨੇ। ਅਨੂਪ ਸਿੰਘ ਪੁੱਤਰ ਬੱਗਾ ਸਿੰਘ ਤੇ ਪਤਨੀ ਸੁਰਿੰਦਰ ਕੌਰ ਤੇ 5 ਸਾਲ ਦੀ ਭਤੀਜੀ ਅਰਸ਼ੀਆ ਦੀ ਮੌਤ ਹੋਈ ਹੈ, ਜਦੋਂ ਕਿ ਮ੍ਰਿਤਕ ਅਨੂਪ ਸਿੰਘ ਦੀ ਨੂੰਹ ਪ੍ਰਭਜੋਤ ਕੌਰ ਪੁੱਤਰੀ ਅੰਜੂਨੀ ਤੇ ਮਹਿਕ ਕੌਰ ਪੁੱਤਰੀ ਲਾਡੀ ਸਿੰਘ ਗੰਭੀਰ ਜ਼ਖਮੀ ਨੇ ਤੇ ਕਾਰ ਦੇ ਪਰਖੱਚੇ ਉੱਡ ਗਏ ਨੇ। ਸੋ ਦੋਸਤੋ, ਵਿਆਹਾਂ ਸ਼ਾਦੀਆਂ ਦੀ ਰੁੱਤ ਹੈ, ਤਿਉਹਾਰਾਂ ਦੀ ਰੁੱਤ ਹੈ, ਆਮਦ ਜਾਮਦ NRI ਦੀ ਹੋ ਰਹੀ ਹੈ। ਸੋ ਗੁਜ਼ਾਰਿਸ਼ ਹੈ ਕਿ ਰੈਸਟ ਕਰਕੇ ਚੱਲੋ, ਦੁਰਘਟਨਾ ਨਾਲੋਂ ਦੇਰ ਭਲੀ, ਲੇਟ ਇਜ਼ ਬੈਟਰ ਦੈਨ ਨੈਵਰ। ਸੋ ਕੋਈ ਕਾਹਲੀ ਨਹੀਂ ਹੁੰਦੀ, ਬਾਹਰ ਜਾ ਕੇ ਜਲਦੀ ਜਾ ਕੇ ਨਾ ਕਿਹੜਾ ਤੁਸੀਂ ਕਿਲਾ ਫਤਿਹ ਕਰ ਲੈਣਾ, ਕਿੰਗਰਾ ਢਾ ਲੈਣਾ। ਸੋ ਇਸ ਕਰਕੇ ਇਹਨਾਂ ਵਰਤਾਰਿਆਂ ਤੋਂ ਬਚੋ, ਜ਼ਿੰਦਗੀ ਦਾ ਲੁਤਫ ਲਓ ਤੇ ਸਵੇਰੇ ਫਿਰ 6 ਵਜੇ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤੁਹਾਡੇ ਕਮੈਂਟਾਂ ਤੇ ਮੈਂ ਕੁਝ ਨਜ਼ਰ ਮਾਰ ਦੇਣਾ ਜੇ ਸਮਾਂ ਮਿਲਿਆ। ਤੇ ਆਪ ਸਭ ਦਾ ਧੰਨਵਾਦ, ਪ੍ਰੋਗਰਾਮਾਂ ਨੂੰ ਐਪਰੀਸ਼ੀਏਟ ਕਰ ਦਿਓ, ਸ਼ੇਅਰ ਕਰ ਦਿਓਗੇ। ਤੇ ਸੁਰਿੰਦਰ ਭਾਈ ਹੋਰਾਂ ਦੀ ਸਿਹਤ ਠੀਕ ਹੈ ਤੇ ਉਸ ਦੌਰਾਨ ਜਲਦ ਦਰੁਸਤ ਹੋਣਗੇ, ਉਹ ਕੱਲ ਘਰੇ ਆ ਜਾਣਗੇ। ਹੁਣੇ ਮੇਰੀ ਗੱਲ ਹੋਈ ਸੀ। ਫੇਸਬੁੱਕ ਤੇ ਗੁਰਭੇਜ ਸਿੰਘ, ਜੋਰਾ ਸਿੰਘ ਸਿੱਧੂ, ਬਲਵਿੰਦਰ ਸਿੰਘ ਉਮੈਦਪੁਰੀ, ਲਾਲੀ ਟੋੜਾ, ਸੌਰੀ ਗੱਲ ਨਹੀਂ ਹੋ ਸਕੀ ਤੁਹਾਡੇ ਨਾਲ ਅੱਜ। ਅਵਤਾਰ ਸਿੰਘ ਸ਼ੀਨਾ ਸਾਹਿਬ, ਥੈਂਕ ਯੂ ਜੀ, ਸ਼ੀਨਾ ਗੁਰੂ ਦਾ ਸੀਨਾ। ਰਾਮ ਬਾਬਾ ਮਾਨੂਕੇ, ਗੁਰਵਿੰਦਰ ਢਿੱਲੋਂ, ਗੁਰਮੀਤ ਚਾਲ, ਇਕਬਾਲ ਸਿੰਘ ਟਿਵਾਣਾ, ਗੁਰਮੀਤ ਚਾਲ, ਰਘਬੀਰ ਸਿੰਘ ਬਾਈ ਜੀ UK ਤੋਂ, ਰਾਜਸਥਾਨ ਵਾਲੇ ਗੰਗਾ ਨਗਰੀਏ, ਤੇ ਹਰਦੀਪ ਸਿੰਘ ਜੋਸ਼ਨ, ਗੁਰਮੀਤ ਚਾਲ, ਬਲਵਿੰਦਰ ਸਿੰਘ। ਇਸ ਦੌਰਾਨ ਕਹਿੰਦੇ ਦਾਰੂ ਦੀ ਗੱਲ ਕਰ ਲਾਂਗੇ, ਸਾਡੀ ਬੰਦ ਨਾ ਕਰਾ ਦਿਓ। ਨਹੀਂ ਕਰਾਉਂਦੇ, ਪਰ ਇਹ ਨਾ ਜੇ ਤੁਸੀਂ ਚਲੋ ਠੀਕ ਹੈ ਆਦਤ ਪਈ ਹੈ, ਪਰ ਉਹਦੇ ਲਈ ਤੁਸੀਂ ਵੀਰ ਗੰਨੇ ਦਾ ਰਸ ਤੇ ਲੱਸੀ ਜ਼ਰੂਰ ਪੀਆ ਕਰੋ ਸਵੇਰੇ। ਇਹ ਬਹੁਤ ਜਿਗਰ ਨੂੰ ਟੌਨਿਕ ਦਿੰਦੀ ਹੈ। ਗੰਨਾ ਚੂਪੋ ਬਲਕਿ ਵਿਹੜੇ ਚ ਲਾਓ, ਗਮਲਿਆਂ ਚ ਵੀ ਹੋ ਜਾਂਦਾ,
नहीं तो किसी जिमीदार तो लैके चूपिया करो। रस की बजाय पीण की बजाय ना चूपिया करो, चंगी है। साडी जिहड़ी जा ब्यूटी है ना, गन्ने करके छलियां करके हुंदी सी, अजकल देख ठोडियां नहीं रहियां जवाकां दियां। ठोडियां कित्थों होणगीआं, जवाड़े च ते जान नहीं। हरविंदर सिंह बंटी, बलजिंदर सिंह मौड़, थैंक यू भैन राणी हरविंदर जौल, बलजिंदर सिंह मौड़, करनैल सिंह भावड़ा साहब, मिसरा सिंह बाई जी, गुरमीत भुल्लर, गोल्डी जसवीर बटारी तो ते बलवंत सिंह ढिल्लों, आप सब का धन्यवाद। साडे इन्हां प्रोग्रामां नूं सपोर्ट कीता बाई बलवीर सिंह उस्मान परिवार ने, जिन्हां दे अमेरिका दे विच कई सारे कारोबार ने। विशिंगटन दे विच है इन्हां दा आर्लिंगटन फ्यूल स्टॉप 1801 पारनेर ईस्ट हाईवे एग्जिट 208 ते। इस लोकेशन ते तुहानूं फ्री कॉफी, ईमेल फैक्स करन दी सुविधा ते ट्रक पार्किंग फ्री है ते नाल उत्थे तुसीं जिहड़ा हैगा ट्रकां दा समान समग्री खरीद सकदे हो। दूजी लोकेशन है इन्हां दी कैलीफोर्निया दे विच लॉसटेल ट्रैवल सेंटर 14814 लोमा स्ट्रीट लॉसटेल एग्जिट 278 ते। इस लोकेशन ते फ्री चाह, शावर, लांडरी ते ओवरनाइट ट्रक पार्किंग फ्री है, नाल ल्यूकर शॉप है, फ्री नहीं है सदुपयोग करो। ते बलवीर सिंह उस्मानपुर बाई जी होरां दा फ्यूल कंपनियां दा कारोबार है, डेल्टा फ्यूल कंपनी, मोबाइल एक्शन मैराथन फ्यूल कंपनियां ने, जिन्हां तो गैस स्टेशनों वाले सज्जन फ्यूल फ्रैंचाइज ब्रांडेड ते अनब्रांडेड डीजल खरीद सकते हैं। कोई डील बनानी है तो बलवीर सिंह उस्मानपुर होरां दे भरा शाह हरजाप सिंह दा नंबर है 425 232 84 13 ते 4252328413 नंबर है शाह हरजाप सिंह होरां दा। ते बाई सुक्की घुमन रोडवेज ट्रांसपोर्ट वाले, इन्हां दा कारोबार है बेकरफील्ड दे विच। इलाके च अगर तुसीं विचर रहे हो तो मारो ट्रक ट्राले नूं ब्रेक, यूनियन विलेज ट्रक शॉप के नाल इंडियन रेस्टोरेंट देसी घ्यो ते परौंठियां दही नाल लुत्फ लाओ, इन्हां दी खासियत है। इस तो इलावा होर भारतीय विदेशी खाने छको छकाओ, इत्थे ट्रक तो आओ डीजल पवाओ, क्योंकि ट्रक वाश बनया होया जिथे ट्रक यूनियन स्कूल हुंदा सी उस जगह ते इदारे ने, यूनियन विलेज ट्रक शॉप ते इंडियन रेस्टोरेंट। एड्रैस है 2201 साउथ यूनियन एवेन्यू बेकरफील्ड कैलिफोर्निया, जिप कोड 93 307। रोडवेज ट्रांसपोर्ट वाले सुखी घुम्मन होरां दा नंबर है 661 304 7500 661 304 7500। इसी तरह सैटा इलाके के लोकल लोड चाहुंदे हो, लंबे रूटां तो उकताए हो, दिने दिने ट्रक चलाओ, शामां नूं घर आओ ते सांझ बनाओ विशिंगटन फ्रेट सर्विस वाले नाल, जो तुहाडी सहूलत वास्ते डिस्पैच पंजाबी अंग्रेजी भाषा च दिंदे ने। ड्राइविंग दी जॉब चाहिदी है, बहुत अच्छे वेजेस प्रति घंटा के हिसाब नाल पे कीते जांदे ने। कॉल करो, जगदेव सिंह संधू का नंबर है 253 266 6924 253 266 6924। गैरी धालीवाल होरां दा नंबर है 206 354 40 60 206354 4060। सोमवार तो लैके शनिवार तक सवेरे 6 बजे तो लैके 8 बजे तक ते शाम नूं 6:30 तो 8:30 बजे तक मैं ते एडवोकेट सुरेंद्र तुहाडे नाल जुड़दे हां। इस दौरान साडे इन्हां प्रोग्रामां नूं साडी वैबसाइट tiwanaradio.com दे जरिए तुसीं सुण सकदे हो। उत्थे आईफोन ते एंड्रॉयड ऐप्स के लिंक मिलणगे, इंस्टॉल करो। ऐप च कोई दिक्कत आउंदी है प्लीज़ मैसेज कर दिया करो उदों ही, भावें किसी भी वक्त सुनते हो। मेरे जिहड़ा WhatsApp ग्रुप है 9876309655 उत्ते मैसेज कर दिया करो। थोड़ी जी फीडबैक लैने आपां कि ऐप्स की की पोजीशन है, तो प्लीज़ जिहड़ा तुसीं जिथे भी सुनते हो कोई दिक्कत आउंदी है ना, वो दस दिया करो तां जो पता लगे कि किन्नी क वार डिस्टर्ब होंदी है। कई बारी तुहाडे इलाके च प्रॉब्लम होंदी है, बाकी पासे ठीक होंदी है। सो इन्नी क मेरी बेनती आप जिन्हों तुसीं साडे सहयोगी हो, इन्ना जरूर सहयोग करा करो। सो कॉल टू लिसन नंबर है 667 930 9260 667 930 9260। इस नंबर ते डायल करके तुसीं प्रोग्रामां नूं जिहड़ा हैगा पूरे अमेरिका च सुन सकते हो। प्रोग्रामां नूं WhatsApp ते मंगवाउणा, रिकॉर्डेड सुनेहा छड्डना, इहदे ते छड्ड सकदे हो। मैं क्योंकि अजकल कल्ले ही ज़्यादा प्रोग्राम करदे, मैनूं थोड़ी सुविधा रहूगी ते दम दवा दिया करो थोड़ा जिहा, ते किसी भी विषय ते अपने विचार जरूर दिया करो। सो अज दा विषा कि की रूसा आलम दे इस मामले च कप्तान साहब जो पोलीटिकल पार्टी बनाउण जा रहे हैं उन्हां नूं फायदा होएगा जां नुकसान। ये ठीक है कि इस रौले चों निकलना कुछ नहीं, पर इहदे च सारे नंगे होने चाहिए ने। सो इस करके इस विषय ते तुहाडा की नज़रिया ते की चन्नी सरकार जां सिद्धू सरकार सही काम कर रही है, इस संबंधी जां किसान अंदोलन वाले अपने कोई भी विचार ने तो रिकॉर्ड करके प्लीज़ छड्डिया करो। नाले तुहानूं अपनी आवाज़ सुन के फिर वधिया लगेगा, क्योंकि गल करन च कई बंदे दिक्कत महसूस करते हैं। सो जे अपना नां नहीं भी दसना तो कोई जरूरी नहीं कि ना बोलो लिख दिया करो, नहीं तो अपना नां बोल दिया करो आप ही कि मैं फलाना सिंह फलाने था तो बोल रहा, मैं ये कहना चाहना, टू दी पॉइंट आ चक है ना। सो ये बेनती है कि इन्ना जरूर सहयोग करा करो। तो लो एक स्रोते ने नंबर बड़ा घैंट है बाई जी होरां दा 4 नंबर VIP नंबर है। स्वागत बाई जी, सत श्री अकाल, तुसीं ऑन एयर हो, वेलकम, स्वागत है तुहाडा।
हेलो सत श्री अकाल जी। सत श्री अकाल जी, कौन बोल रहे हो? बलवंत सिंह बोल रहा जी। बलवंत सिंह ढिल्लों साहब, पिछे रेडियो बंद कर दो, भैन फिर सुन लैणगे, बाद सुनी जाते हो, परिवार च बैठे मेरा ख्याल है। रेडियो बंद कर दो, गल करो। जी बलवंत सिंह संगूड़ा। अच्छा संगूड़ा साहब, ओके। मैं किते रायकोट वाले ढिल्लों साहब जी। बलवंत संगूड़ा साहब नहीं, रायकोट तो ही मैं जी गोदाम तो। अच्छा अच्छा, संगूड़ा, ओके। हाँ जी हाँ जी, पहले मैं बहरीन तो लाਉਂਦਾ ਸੀ ਜੀ। अच्छा अच्छा, पहला बहरीन तो आਉਂਦਾ ਹੁੰਦਾ ਸੀ। ओके ओके, हाँ जी हाँ जी हाँ जी। जी की कहना चाहते हो बलवंत भाई जी? हाँ जी, मैं इस टाइम मंडी च जी, दाणा मंडी च। सत श्री अकाल ही करनी जी ਤੁਹਾਨੂੰ। ओके, दाणा मंडी ਦੇ ਕੀ ਹਾਲਾਤ ਨੇ? सत श्री अकाल, थैंक यू। दाणा मंडी ਦੇ ਕੀ ਹਾਲਾਤ ਨੇ? ठीक है जी, वधिया। वैसे मैं परसों आया ਸੀ, कल कोलों शायद चल जूगा, नहीं करके 2 दिन रुक गया जी काम। अच्छा, सुका सकू के मतलब ठीक है, बहुती नमी तो नहीं हुई, ज्यादा दिक्कत तो नहीं आई हेठा? नहीं ज्यादा नहीं है जी, कल ਨੂੰ वैसे चल जाना जी। रायकोट मंडी च ही बैठे, कोई होर मंडी है नेड़े? मैं रायकोट की। फिर तो जलेबियां जलूबियां खाते हो मंडी च? हाँ जी हाँ जी। अच्छा, ਜਿਹੜਾ ਫੜ ਫੋੜ ਹੁੰਦਾ ਨਾ, ਕਈ ਵਾਰੀ ਉਹ ਦੇਖਿਆ ਸੀ ਉੱਥੇ ਯੂਨੀਅਨ ਚ ਹੁੰਦੇ ਸੀ, ਉਹ ਜਿਹੜਾ ਭਾਈਚਾਰੇ ਦੀਆਂ ਔਰਤਾਂ ਮਿਹਨਤਕਸ਼ ਬਹੁਤ ਨੇ ਉਹ ਬੀਬੀਆਂ, ਤੇ ਉਹ ਵੀ ਵਧੀਆ ਗੁਜ਼ਰ ਬਸਰ ਕਰ ਲੈਂਦੀਆਂ ਹੁੰਦੀਆਂ ਸੀ ਆਪਣੇ ਨਾ। ਉਹ ਕਈ ਵਾਰੀ ਬੋਲੀਆਂ ਬਹੁਤ ਸੋਹਣੀਆਂ ਪਾਉਂਦੇ, ਕਿਉਂਕਿ ਬਹੁਤ ਹਾਰਡ ਵਰਕਰ ਕਮਿਊਨਿਟੀ ਆ ਲੋਕਾਂ ਦੀ। ਹਾਂਜੀ ਹਾਂਜੀ। ਚਲੋ ਥੈਂਕ ਯੂ ਬਾਈ ਢਿੱਲੋਂ ਸਾਹਿਬ, ਮਿਹਰਬਾਨੀ, ਸਤਿ ਸ਼੍ਰੀ ਅਕਾਲ, ਮਿਹਰਬਾਨੀ ਮਿਹਰਬਾਨੀ। ਬਲਰਾਜ ਸਿੰਘ ਸੰਧੂ ਬਾਈ ਜੀ ਜੁੜੇ ਨੇ ਅੱਜ ਕੱਲ ਇੰਡੀਆ ਹੋਏ ਨੇ ਸੰਧੂ ਸਾਹਿਬ, ਤੇ ਗਿਆਨ ਸਿੰਘ, ਦਲਵੀਰ ਸਿੰਘ ਤੇ ਨਿਰਮਲ ਸਿੰਘ YouTube ਤੇ ਨਿਰਮਲ ਸਿੰਘ, ਥੈਂਕ ਯੂ। ਗੁਰਫਤਿਹ ਜੀ ਅਬੋਰ ਵਾਲੇ, ਬਲਵਿੰਦਰ ਸਿੰਘ, ਕੇਵਲ ਬਾਈ ਜੀ ਬਹਿਰੀਨ ਤੋਂ, ਸੱਤਾ ਬਰਿਆੜ, ਸਰ ਬਰਾੜ ਮੁਕਤਸਰ ਤੋਂ। ਗਿਆਨ ਸਿੰਘ ਬਾਈ ਜੀ, ਇੱਕ ਤਾਂ ਅੰਗਰੇਜ਼ੀ ਤੁਸੀਂ ਲਿਖਦੇ ਹੋ, ਸਮਝ ਨਹੀਂ ਆਉਂਦਾ ਵੀ ਕੀ ਲਿਖਣਾ ਚਾਹੁੰਦੇ ਹੋ। ਪੰਜਾਬੀ 'ਚ ਕੋਸ਼ਿਸ਼ ਕਰ ਲਿਆ ਕਰੋ, ਜਾਂਦਾ ਲਿਖਦੇ ਤੁਸੀਂ ਅਕਸਰ ਕਈ ਕਮੈਂਟ ਉੱਪਰ ਸਮਝ ਨਹੀਂ ਆਉਂਦੇ ਬਹੁਤੇ। ਤੇ ਇਹਦਾ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਾ ਤਾਂ 9876309655 ਨੰਬਰ ਹੈ, ਉਹ WhatsApp ਤੇ ਬੋਲ ਕੇ ਮੈਨੂੰ ਰਿਕਾਰਡਡ ਸੁਨੇਹਾ ਮੈਨੂੰ ਛੱਡ ਦਿਆ ਕਰੋ। ਮੈਂ ਤੁਹਾਡਾ ਮੈਸੇਜ ਮੈਂ ਬੋਲ ਦਿਆ ਕਰਾਂਗਾ ਜੇ ਤੁਸੀਂ ਨਹੀਂ ਬੋਲਣਾ ਚਾਹੁੰਦੇ, ਉਹ ਠੀਕ ਹੈ ਲਿਖਣ ਦੇ ਨਾਲੋਂ। ਹਰਵਿੰਦਰ ਸਿੰਘ ਥੈਂਕ ਯੂ। ਅਵਤਾਰ ਸਿੰਘ ਕੁਲਾਰ ਸਾਹਿਬ ਥੈਂਕ ਯੂ। ਜਗਤਾਰ ਸਿੰਘ ਦਵਿੰਦਰਪੁਰੀ ਜਰਮਨੀ ਤੋਂ, ਸਿੰਘ ਕੁਲਜੀਤ ਹਾਂਗਕਾਂਗ ਤੋਂ ਆਪਣੇ ਸਬਸਕ੍ਰਾਈਬਰ ਨੇ। ਹਰਵਿੰਦਰ ਜੋਸ਼ਨ ਬਾਈ ਜੀ, ਧਰਮ ਸਿੰਘ ਗੰਡੇ ਤੇ ਜਸਵੰਤ ਸਿੰਘ ਪ੍ਰੋਫੈਸਰ ਸਾਹਿਬ ਆਪਣੇ ਸਬਸਕ੍ਰਾਈਬਰ ਨੇ ਯੂਐਸ ਤੋਂ। ਗੁਰਤੇਜ ਸਿੰਘ ਪਵਰਾ ਤੇ ਜਗਤਾਰ ਸਿੰਘ ਕਹਿੰਦੇ ਕਿਸਾਨ ਹੱਥੀਂ ਕੰਮ ਕਰਨਾ ਛੱਡ ਗਿਆ ਤੇ ਬਹੁਤ ਸਾਰੇ ਕਿਸਾਨ ਤਾਂ ਪਸ਼ੂਆਂ ਨੂੰ ਪੱਠੇ ਵੱਢ ਕੇ ਵੀ ਨਹੀਂ ਪਾ ਸਕਦੇ। ਬਿਲਕੁਲ ਇਹ ਸੱਚ ਵੀ ਹੈ ਕਾਫੀ ਹੱਦ ਤੱਕ। ਤੇ ਧਾਲੀਵਾਲ ਸਾਹਿਬ ਆਪਣਾ ਬਰਿਆਣਾ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਥੈਂਕ ਯੂ। ਦਵਿੰਦਰਪੁਰੀ ਜੀ ਥੈਂਕ ਯੂ। ਬਲਵੰਤ ਸਿੰਘ, ਗੁਰਮੁਖ ਸਿੰਘ ਤੇ ਜੋਰਾ ਸਿੰਘ, ਸੁਰਿੰਦਰ ਬਾਈ ਜੀ, ਸੁਰਿੰਦਰ ਸਿੰਘ ਹੈ ਵੀ ਆਪਣੀ ਬਹੁਤ ਸਪੋਰਟ ਕਰਦੇ ਨੇ, ਬੜੇ ਪੁਰਾਣੇ ਸਰੋਤੇ ਨੇ। ਇਸ ਦੌਰਾਨ US ਤੋਂ ਸੁਰਿੰਦਰ ਸਿੰਘ, ਬਲਦੇਵ ਸਿੰਘ ਤੇ ਗੁਰਪ੍ਰੀਤ ਕਾਲੋਂ ਭੈਣ ਥੈਂਕ ਯੂ। ਕਹਿੰਦੇ ਬੜੇ ਜੋਲੀ ਕਮੈਂਟ ਕਰਦਾ ਸਿੱਧੂ। ਦੋਨੋਂ ਜੀ। ਨਵਜੋਤ ਕੌਰ ਕਿਹੜਾ ਘੱਟ ਕਰਦੀ ਹੈ, ਕਹਿੰਦੀ ਮੈਂ ਤਾਂ ਫਟਕਣ ਨਹੀਂ ਦਿੰਦੀ ਆਪਣੇ ਘਰ ਵਾਲੇ ਨੂੰ ਉੱਧਰ। ਤੇ ਇਸ ਦੌਰਾਨ ਚਰਨਪ੍ਰੀਤ ਸਿੰਘ ਥੈਂਕ ਯੂ। ਸਵਾਗਤ ਹੈ ਜੀ ਤੁਹਾਡਾ, ਵੈਲਕਮ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਦੂਜੇ। ਸੀਟ ਲੱਗ ਗਈ ਅੱਜ ਤਾਂ। ਹਾਂ ਲੈ, ਉਹ ਵੀ ਢਿੱਲੋਂ ਰੈਕੋਰਡ ਤੋਂ ਨੇ, ਢਿੱਲੋਂ ਦਾ ਘਰ ਹੈ ਭਾਈ, ਬਾਦਲਾਂ ਦੇ ਰੈਕੋਰਡ ਵਾਲੇ ਹੋ। ਹਾਂਜੀ ਆਵਾਜ਼ ਆ ਰਹੀ? ਆ ਰਹੀ ਟਨਾ ਟਨ। ਗੁਆਂਢੀ ਨੇ। ਹਾਂ ਗੁਆਂਢੀ ਜੀ। ਕਿੱਦਾਂ? ਬਸ ਵਧੀਆ, ਚੜ੍ਹਦੀ ਕਲਾ। ਆਨਲਾਈਨ ਚੱਲ ਰਿਹਾ ਜਾਂ ਆਫਲਾਈਨ ਚੱਲ ਰਿਹਾ? ਆਨਲਾਈਨ ਜੀ। ਆਫਲਾਈਨ ਦਾ ਕੀ ਕੰਮ, ਆਨਲਾਈਨ ਸਮਾਪਤੀ ਹੈ। ਹੋਰ ਸੁਣਾਓ ਕਿੱਦਾਂ? ਅੱਜ ਮੈਂ ਤਾਂ ਡੇਟ ਹੀ ਥੋੜਾ ਬਿਜੀ ਹੋ ਗਿਆ ਘਰੇ ਆ ਕੇ, ਮੈਂ ਚੱਲਦੀ ਸੀ। ਵੈਸੇ ਨਾ ਕੰਮ ਤਾਂ ਸਹੀ ਚੱਲਦਾ ਰਿਹਾ ਥੋੜਾ। ਓਕੇ ਚਲੋ, ਮੰਡੀ ਦਾ ਥੋੜਾ ਬਿਜੀ ਹੁੰਦਾ ਤੇ ਅੱਜ ਥੋੜਾ ਵਧੀਆ। ਕੰਬਾਈਨ ਦਾ ਕਾਰੋਬਾਰ ਕਿਵੇਂ ਚੱਲਦਾ ਤੁਹਾਡਾ? ਰੇਟ ਰੂਟ ਨਾ ਵਧਾਇਓ, ਕਹਿੰਦੇ ਕੰਬਾਈਨ ਵਾਲਿਆਂ ਨੇ ਰੇਟ ਚੱਕ ਤੇ ਕਹਿੰਦੇ ਝੋਨਾ ਡਿੱਗ ਗਿਆ। ਕੰਬਾਈਨ ਹੁਣ 100 ਨੂੰ ਹੋ ਗਿਆ, ਹੁਣ ਕੀ ਕਰੀਏ? हाँ, डीजल बहुत महंगा, 37 रुपए महंगा हो गई। नहीं आज 98 रुपये 99 पैसे कल 100 मतलब 1.5 साल च 37 रुपए वध गया। तुसी देखो डीजल क्योंकि खपत होनी है कंबाइन ਵੱਡੀ ਪ੍ਰੋਬਲਮ ਤਾਂ ਇਹ ਹੈ ਜੀ। ਡੀਜ਼ਲ ਮਹਿੰਗਾ ਹੋ ਗਿਆ, ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ, ਇੱਥੇ ਹੋਊਗਾ
ਮਾੜਾ ਮੋਟਾ ਕਿੰਨੇ ਮੋੜ ਕਰ ਲਓ ਤੁਸੀਂ ਇਹ ਗੱਲ। ਹਾਂ ਬਿਲਕੁਲ ਬਿਲਕੁਲ। ਚਲੋ ਖੈਰ ਮੌਲਾ ਮਿਹਰ ਕਰੇ। ਥੈਂਕ ਯੂ ਢਿੱਲੋਂ ਸਾਹਿਬ। ਮੈਂ ਤੁਹਾਨੂੰ ਬਾਅਦ ਚ ਲਾਉਂਗਾ ਅਸਲ ਤੱਕ ਮੈਂ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਥੈਂਕ ਯੂ। ਸੋ ਮੁਕੱਦਰ ਸਿੰਘ, ਸਿਕੰਦਰ ਨਹੀਂ ਆਇਆ ਅੱਜ, ਮੁਕੱਦਰ ਤਾਂ ਆ ਗਿਆ, ਮੁਕੱਦਰ ਕਾ ਸਿਕੰਦਰ। ਮੁਕੱਦਰ ਸਿੰਘ ਸੰਗਰੂਰ ਤੋਂ, ਢਿੱਲੋਂ ਬਾਈ ਜੀ ਰਾਏਕੋਟ ਤੋਂ। ਇਹਨਾਂ ਦਾ ਮੈਸੇਜ ਹੀ ਆ ਗਿਆ ਕੁਦਰਤੀ, ਬੜੀ ਚੱਕਵੀਂ ਪੱਗ ਬੰਨੀ ਆ, ਮੱਚਦੀ। ਚਰਨਪ੍ਰੀਤ ਪਵਰਾ ਸਾਹਿਬ ਥੈਂਕ ਯੂ। ਮਨਦੀਪ ਸਿੰਘ ਥੈਂਕ ਯੂ। ਦਵਿੰਦਰਪੁਰੀ ਥੈਂਕ ਯੂ। ਲਓ ਦੋਸਤੋ, ਸਵੇਰੇ 6 ਵਜੇ ਤੁਹਾਡੇ ਨਾਲ ਹੁੰਦੀ ਹੈ ਮੁਲਾਕਾਤ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਸ਼ੱਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।